मरिया मेरे लिए। ओ कलवरी। सब बोलते हैं, सब अपने मोहन खोलते हैं, सब जोर न पुकारते हैं। ओ कलवरी सलीब दे उत्ते मरिया मेरे लिए। उन्हें सारे दुख नू खुद दे उत्ते जरिया मेरे लिए। ओ कलवरी सलीब दे उत्ते मरिया मेरे लिए। ओ कोड़े मेरे सन, ओ कंडे मेरे सन, जो सिर ते पए उस दे। ओ डंडे मेरे सन, ओ कोड़े मेरे सन, ओ कंडे मेरे सन, जो सिर ते पए उस दे। ओ डंडे मेरे सन। ओनू हाकम वांगू, ओनू हाकम कोलों मुकदमे लई फड़िया मेरे लिए। ओ कलवरी सलीब दे उत्ते मरिया मेरे लिए। ओ कलवरी सलीब दे उत्ते मरिया मेरे लिए। उन्हें सारे दुख नू खुद दे उत्ते जरिया मेरे लिए। ओ कलवरी सलीब दे उत्ते मरिया मेरे लिए। ओ फुल गुलाबी कंडियां विचों महकां वंडदा सी। ओ फुल गुलाबी कंडियां विचों महकां वंडदा सी। देंदा सी जीवन पापी नू, ओ जिधरों लंघदा सी। देंदा सी जीवन पापी नू, जिधरों लंघदा सी। ओदे सिर ते ताज सी कंडियां दा तरिया मेरे लिए। ओ कलवरी सलीब दे उत्ते मरिया मेरे लिए। ओ कलवरी सलीब। ਅਸੀਂ ਆਪਣੇ ਵਚਨ ਉੱਤੇ ਆਵਾਂਗੇ। ਹਾਲੇਲੂਇਆ। ਮੈਂ ਭਾਈਆਂ ਨਾਲ ਗੱਲ ਕਰ ਰਿਹਾ ਸੀ ਕਿ ਜਦ ਤੱਕ ਕੋਈ ਚੀਜ਼ ਜਮਾ ਬਿਲਕੁਲ ਸਹੀ ਨਹੀਂ ਹੋ ਜਾਂਦੀ ਤੇ ਵੀ ਭੁੱਲ ਜਾਓ ਕਿ ਤੁਹਾਨੂੰ ਬਰਕਤ ਮਿਲਣ ਵਾਲੀ ਹੈ। ਹਾਲੇਲੂਇਆ ਹਾਲੇਲੂਇਆ। ਤੇ ਵੀ ਕਹਿੰਦਾ ਜਦ ਤੱਕ ਕਲੀਸਿਆ ਆਪਣੀ ਜਗ੍ਹਾ ਤੇ ਸਥਿਰ ਨਹੀਂ ਹੋ ਜਾਂਦੀ। ਅਗਰ ਢੋਲਕ ਵਾਲਾ ਢੋਲਕ ਦੇ ਸੈੱਟ ਹੋ ਜਾਂਦਾ ਹੈ, ਡੀਕਨ ਭਾਈ ਆਪਣੀ ਆਪਦੀ ਜਗ੍ਹਾ ਤੇ ਸੈੱਟ ਹੈ, ਦਰੀਆਂ ਵਿਛਾਉਣ ਵਾਲਾ ਭਾਈ ਆਪਣੀ ਜਗ੍ਹਾ ਤੇ ਸੈੱਟ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। अगर किसी की कोई होर ड्यूटी है वो सैट है। अगर कोई हालेलुया किसी भी काम दे लिए जो उन्हें लगता है कि मैं प्रभु दे लिए कर सकता, हालेलुया प्रभु दे भवन लिए कर सकता, प्रभु लिए कर सकता, मैं कलीसिया नहीं कर सकता क्योंकि प्रभु ने क्या हालेलुया
ਕਿ ਜਦੋਂ ਭੁੱਖਾ ਸੀ ਤੁਸੀਂ ਮੈਨੂੰ ਖਵਾਇਆ। ਆਮੀਨ। ਕਹਿੰਦੇ ਪ੍ਰਭੂ ਕਦੋਂ ਖਵਾਇਆ? ਅਸੀਂ ਆਪਣੇ ਛੋਟੇ ਤੋਂ ਛੋਟੇ ਭਾਈਆਂ ਨਾਲ ਹੀ ਕੀਤਾ ਤੇ ਮੇਰੇ ਨਾਲ ਕੀਤਾ। ਹਾਲੇਲੂਇਆ। ਜਦ ਤੱਕ ਕਲੀਸਿਆ ਸਥਿਰ ਨਹੀਂ ਹੋ ਜਾਂਦੀ, ਸੈੱਟ ਨਹੀਂ ਹੋ ਜਾਂਦੀ ਆਪਣੇ ਕੰਮ ਧੰਦੇ ਉੱਤੇ, ਤਦ ਤੱਕ ਤੁਸੀਂ ਭੁੱਲ ਜਾਓਗੇ ਤੁਹਾਨੂੰ ਬਰਕਤ ਮਿਲਣ ਵਾਲੀ ਹੈ। ਹਾਲੇਲੂਇਆ। ਆਮੀਨ। ਹਾਲੇਲੂਇਆ। ਹਾਲੇਲੂਇਆ। ਮਹਿਮਾ ਮਿਲੇ। ਨਬੀ ਕਹਿੰਦਾ ਖੁਦਾ ਦਾ ਆਤਮਾ ਉਦੋਂ ਆਉਂਦਾ ਹੈ ਜੋ ਸਾਰੀ ਚੀਜ਼ ਸਮਾਨਤਾ ਵਿੱਚ ਹੋ ਜਾਂਦੀ ਹੈ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈ ਹਾਲੇਲੂਇਆ ਕਿ ਪਰਮੇਸ਼ਵਰ ਦਾ ਆਤਮਾ ਸ਼ਾਂਤੀ ਦਾ ਆਤਮਾ ਹੈ, ਕਸਮਾਨ ਦਾ ਆਤਮਾ ਨਹੀਂ ਹੈ। ਜਿੱਥੇ ਰੌਲਾ ਪੈ ਰਿਹਾ ਹੈ, ਕਸਮਾਨ ਹੋ ਰਿਹਾ ਹੈ, ਉੱਥੇ ਖੁਦਾ ਦਾ ਆਤਮਾ ਨਹੀਂ ਹੁੰਦਾ ਹੈ। ਹਾਲੇਲੂਇਆ। ਅਗਰ ਤੁਸੀਂ ਆਪਣੇ ਇੱਕ ਭਾਈ ਨਵੀ ਨੇ ਪ੍ਰਚਾਰ ਕੀਤਾ ਹੈ ਕਿ ਮਨੁੱਖ ਪਰਮੇਸ਼ਵਰ ਦੀ ਉਪਸਥਿਤੀ ਤੋਂ ਭੱਜ ਰਿਹਾ ਹੈ। ਆਮੀਨ। ਹਾਲੇਲੂਇਆ। ਤੁਸੀਂ ਅੱਜ ਆਪਣੇ ਖੁਦਾ ਦੇ ਕੰਮ ਤੋਂ ਭੱਜ ਰਹੇ ਹੋ, ਤੁਹਾਨੂੰ ਪਤਾ ਹੈ ਤੁਹਾਡੇ ਹਿਰਦੇ ਅੰਦਰ ਖੁਦਾ ਨੇ ਕੀ ਪਾਇਆ ਹੈ, ਤੁਸੀਂ ਕੀ ਕਰ ਸਕਦੇ ਹੋ ਪਰਮੇਸ਼ਵਰ ਲਈ। ਪਰ ਹਰ ਮਨੁੱਖ ਆਪਣੇ ਦੇ ਲਈ ਭੱਜਦਾ ਹੈ ਕਿ ਮੈਂ ਭੱਜ ਜਾਵਾਂ, ਮੈਨੂੰ ਇਹ ਕਰਨਾ ਨਾ ਪਵੇ। ਹਾਲੇਲੂਇਆ। 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 ਪਰ ਕੱਲ ਤੱਕ ਜਿਨਾ ਵੀ ਭੱਜਿਆ, ਪਰ ਖੁਦਾ ਨੇ ਕੀ ਕੀਤਾ? ਉਹਨੂੰ ਮੱਛੀ ਦੇ ਪੇਟ ਵਿੱਚੋਂ ਪਾਇਆ ਔਰ ਉਹਨੂੰ ਉੱਥੇ ਹੀ ਲੈ ਕੇ ਆਇਆ ਜਿੱਥੇ ਉਹਨੂੰ ਜਾਣਾ ਚਾਹੀਦਾ ਸੀ। ਹਾਲੇਲੂਇਆ। ਆਮੀਨ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਨੂੰ ਮਹਿਮਾ ਮਿਲੇ। ਉਹ ਮਹਾਨ ਪਰਮੇਸ਼ਵਰ ਹੈ। ਇਸ ਲਈ ਇਸ ਤੋਂ ਪਹਿਲਾਂ ਕਿ ਖੁਦਾ ਦਾ ਕ੍ਰੋਧ ਭੜਕੇ, ਇਸ ਤੋਂ ਪਹਿਲਾਂ ਕਿ ਉਸ ਨੂੰ ਇੱਕ ਮੱਛੀ ਦੀ ਸਿਰਜਣਾ ਕਰਨੀ ਪਵੇ, ਇਸ ਤੋਂ ਪਹਿਲਾਂ ਕਿ ਉਹ 3 ਦਿਨ ਤੇ 3 ਰਾਤਾਂ ਇੱਕ ਘੋਰ ਅੰਧਕਾਰ ਦੇ ਵਿੱਚ ਰਿਹਾ ਜਨਾ। ਹਾਲੇਲੂਇਆ। ਹਾਲੇਲੂਇਆ। ਇਸ ਚੀਜ਼ ਦਾ ਮੌਕਾ ਨਾ ਆਵੇ ਜੀ ਆਪਣੇ ਕੰਮ ਦੇ ਲਈ ਸਥਿਰ ਹੋ ਜਾਈਏ। ਹਾਲੇਲੂਇਆ। ਆਮੀਨ। ਹਾਲੇਲੂਇਆ। 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 ਮਹਿਮਾ ਮਿਲੇ। ਕਦੀ ਵੀ ਨਾ ਦੇਖੋ ਕਿ ਥੋੜੀ ਆ ਅਸੀਂ। ਹਾਲੇਲੂਇਆ। ਪ੍ਰਭੂ ਦਾ ਆਤਮਾ ਆਖਦਾ ਹੈ ਛੋਟੇ ਝੁੰਡ ਨਾ ਡਰ, ਵੇਖ ਤੇਰੇ ਪਰਮੇਸ਼ਰ ਨੂੰ ਪਾਇਆ। ਹਾਲੇਲੂਇਆ। ਆਉਂਦੇ ਦਿਨਾਂ ਦੇ ਵਿੱਚ ਇੱਕ ਕੰਧਾਂ ਗਵਾਹੀ ਦੇਣਗੀਆਂ। ਹਾਲੇਲੂਇਆ। ਇਸ ਲਈ ਜਾ ਯਿਸੂ ਮਸੀਹ ਗਧੇ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਸੀ ਤੇ ਜਾਜਕ ਲੋਕ ਖੜੇ ਸੀ, ਕਹਿੰਦੇ ਚੁੱਪ ਕਰ, ਨਾਲੇ ਤੂੰ ਇਹਨਾਂ ਨੂੰ ਚੁੱਪ ਕਰਾ, ਬੱਚਿਆਂ ਨੂੰ ਚੁੱਪ ਕਰਾ, ਇਹ ਬੋਲ ਰਹੇ ਨੇ। ਉਹ ਗੀਤ ਗਾ ਰਹੇ ਸੀ, ਕਹਿੰਦਾ ਹੋਸਨਾ ਪਰਮ ਧਾਮ ਵਿੱਚ ਹੋਸਨਾ। ਹਾਲੇਲੂਇਆ। ਮੁਬਾਰਕ ਹੈ ਉਹ ਜੋ ਗਧੇ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ। ਹਾਲੇਲੂਇਆ। ਆਮੀਨ। ਆਮੀਨ। ਉਹ ਹੋਸਨਾ ਗਾ ਰਹੇ ਸੀ, ਪ੍ਰਭੂ ਦੀ ਵਡਿਆਈ ਗਾ ਰਹੇ ਸੀ। ਹਾਲੇਲੂਇਆ। ਪਰ ਕੁਝ ਜਾਜਕ ਖੜੇ ਵੇਖ ਰਹੇ ਸੀ। ਆਮੀਨ। ਹੁੰਦਾ ਇਹ ਕਿ ਜਾਜਕ ਪ੍ਰਭੂ ਦੀ ਵਡਿਆਈ ਕਰਦੇ, ਪਰ ਜਾਜਕ ਖੜੇ ਵੇਖ ਰਹੇ ਸੀ। ਹਾਲੇਲੂਇਆ। ਉਹਨਾਂ ਨੇ ਕਿਹਾ, ਕਹਿੰਦੇ ਇਹਨਾਂ ਨੂੰ ਚੁੱਪ ਕਰਾ। ਪ੍ਰਭੂ ਯਿਸੂ ਮਸੀਹ ਕਹਿੰਦਾ ਅਗਰ ਇਹ ਚੁੱਪ ਕਰ ਜਾਣਗੇ ਤੇ ਪੱਥਰ ਬੋਲ ਉੱਠਣਗੇ। ਹਾਲੇਲੂਇਆ। ਹਾਲੇਲੂਇਆ। ਅੱਜ ਅਗਰ ਨਵੀਂ ਮੈਸੇਜ ਦੇ ਵਿੱਚ ਕਹਿੰਦਾ ਹੈ ਹਾਲੇਲੂਇਆ, ਅਗਰ 2 ਬੰਦੇ ਵੀ ਮੇਰੇ ਚਰਚ ਦੇ ਵਿੱਚ ਵਚਨ ਨੂੰ ਸੁਣਨ ਵਾਲੇ ਤੇ ਚੱਲਣ ਵਾਲੇ ਹੋਣਗੇ ਤੇ ਮੈਂ ਪ੍ਰਚਾਰ ਕਰਾਂਗਾ। ਹਾਲੇਲੂਇਆ। ਹਾਲੇਲੂਇਆ। ਮੈਂ ਖੁਸ਼ ਹੋਵਾਂਗਾ ਕਿ ਕੋਈ ਤੇ ਹੈ ਜੋ ਵਚਨ ਨੂੰ ਫੜਦਾ ਹੈ। ਹਾਲੇਲੂਇਆ। ਹਾਲੇਲੂਇਆ। ਕੋਈ ਤੇ ਹੈ ਜੋ ਇਹਦੇ ਲਈ ਮਰ ਲਈ ਤਿਆਰ ਹੈ। ਆਮੀਨ। ਵਚਨ ਆਖਦਾ ਹੈ ਪ੍ਰਭੂ ਨੂੰ ਮਹਿਮਾ ਮਿਲੇ। ਜੋ ਮੈਨੂੰ ਪਿਛਲੇ ਦਿਨਾਂ ਤੋਂ ਤੰਗ ਕਰ ਰਹੀ ਸੀ ਗੱਲ, ਨਬੀ ਆਖਦਾ ਹੈ ਕਿ ਉਹਦੇ ਲਹੂ ਦੇ ਦੁਆਰਾ, ਬਾਈਬਲ ਆਖਦੀ ਹੈ ਉਹਦੇ ਲਹੂ ਦੇ ਦੁਆਰਾ ਔਰ ਉਹਦੀ ਗਵਾਹੀ ਦੇ ਨਾਲ ਉਹ ਜਿੱਤ ਪਾਉਂਦੇ ਨੇ। ਹਾਲੇਲੂਇਆ। ਆਮੀਨ। ਆਮੀਨ। ਹਾਲੇਲੂਇਆ। ਜਿਨ੍ਹਾਂ ਨੇ ਆਪਣੇ ਪ੍ਰਾਣ ਨੂੰ, ਆਪਣੀ ਮੌਤ ਨੂੰ ਹਾਲੇਲੂਇਆ 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 ਪਿਆਰਾ ਨਹੀਂ ਜਾਣਿਆ ਹੈ। ਹਾਲੇਲੂਇਆ। ਹਾਲੇਲੂਇਆ। ਜੋ ਆਪਣੇ ਮੌਤ ਨੂੰ ਪ੍ਰਿय ਨਹੀਂ ਜਾਣਦੇ, ਉਹ ਖੁਦਾ ਲਈ ਖੜੇ ਨੇ। ਹਾਲੇਲੂਇਆ। ਅਸੀਂ ਜਿੱਤ ਪਾਉਣ ਦਾ ਇੱਕੋ ਹੀ ਤਰੀਕਾ ਹੈ ਔਰ ਉਹ ਹੈ ਪ੍ਰਭੂ ਯਿਸੂ ਮਸੀਹ ਦਾ ਲਹੂ ਔਰ ਤੁਹਾਡੀ ਆਪਣੀ ਗਵਾਹੀ। ਹਾਲੇਲੂਇਆ। ਅਗਰ ਤੁਹਾਡੀ ਗਵਾਹੀ ਜਿਉਂਦੀ ਹੈ, ਹਾਲੇਲੂਇਆ, ਅਸੀਂ ਜਿਵੇਂ ਜਿਵੇਂ ਮਸੀਹ ਪੁਰਾਣੇ ਹੋ ਜਾਂਦੇ ਹਨ ਤੇ ਸਾਡੀਆਂ ਆਪ ਦੀਆਂ ਗਵਾਹੀਆਂ ਮਰਦੀਆਂ ਜਾਂਦੀਆਂ ਨੇ। ਹਾਲੇਲੂਇਆ। ਆਮੀਨ। ਹਾਲੇਲੂਇਆ। ਹਾਲੇਲੂਇਆ। ਇੱਕ ਗੱਲ ਯਾਦ ਰੱਖੋ, ਜਦ ਤੱਕ ਤੁਹਾਡੀ ਗਵਾਹੀ ਜਿੰਦਾ ਹੈ ਤਦ ਤੁਸੀਂ ਜਿਉਂਦੇ ਹੋ। ਹਾਲੇਲੂਇਆ। 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 ਮਹਿਮਾ ਮਿਲੇ। ਧੰਨਵਾਦ ਯਿਸੂ ਮਸੀਹ ਦਾ। ਤੁਹਾਨੂੰ ਕਿਤੇ ਵੀ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ, ਲੋਕਾਂ ਨੂੰ ਆਪਣੀ ਗਵਾਹੀ। ਹਾਲੇਲੂਇਆ। ਹਾਲੇਲੂਇਆ। ਔਰ ਵਿਸ਼ਵਾਸ ਕਰੋ ਕਿ ਤੁਸੀਂ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਬਚਾਏ ਗਏ ਹੋ। ਹਾਲੇਲੂਇਆ। ਹਾਲੇਲੂਇਆ। ਆਓ ਅਸੀਂ ਇੱਕ ਵਚਨ ਨੂੰ ਦੇਖਾਂਗੇ। ਭਾਈ ਨੇ ਪੜ੍ਹਿਆ ਹੈ ਹੁਣੇ ਮੱਤੀ 16 ਉਹਦੀ 13। ਪ੍ਰਭੂ ਯਿਸੂ ਮਸੀਹ ਕੈਂਸਰੀਆ ਤੇ ਫਿਲਿੱਪੀਆਂ ਦੇ ਇਲਾਕੇ ਵਿੱਚੋਂ ਦੀ ਹੁੰਦਾ ਹੋਇਆ। ਹਾਲੇਲੂਇਆ। ਹਾਲੇਲੂਇਆ। ਪੜ੍ਹਦੇ ਹਾਂ ਭਾਈ ਦੇ ਨਾਲ। ਯਿਸੂ ਨੇ ਕੈਸਰੀਆ ਫਿਲਿੱਪੀਆਂ ਦੇ ਇਲਾਕੇ ਵਿੱਚੋਂ ਦੀ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ, ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ? ਉਹ ਬੋਲੇ, ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ, ਅਤੇ ਕਈ ਏਲੀਆ, ਅਤੇ ਕਈ ਯਿਰਮੀਆ ਜਾਂ ਨਬੀਆਂ ਵਿੱਚੋਂ ਕੋਈ। ਉਸਨੇ ਉਹਨਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ? ਪ੍ਰਭੂ ਨੂੰ ਮਹਿਮਾ ਮਿਲੇ। ਯਿਸੂ ਮਸੀਹ ਦਾ ਧੰਨਵਾਦ। ਇੱਥੇ ਬਾਣੀ 'ਚ ਲਿਖਿਆ ਹੈ ਕਿ ਖੁਦਾਵੰਦ ਯਿਸੂ ਮਸੀਹ ਕੈਸਰੀਆ ਤੇ ਫਿਲਿੱਪੀਆਂ ਦੇ ਇਲਾਕਿਆਂ ਦੇ ਵਿੱਚ ਜੋ ਲੰਘਿਆ ਤੇ ਉਹਨੇ ਆਪਣੇ ਚੇਲਿਆਂ ਨੂੰ ਪੁੱਛਿਆ ਕਿ ਲੋਕ ਕੀ ਕਹਿੰਦੇ ਨੇ ਮੇਰੇ ਬਾਰੇ, ਮਨੁੱਖ ਦੇ ਪੁੱਤਰ ਲੋਕ ਕੀ ਕਹਿੰਦੇ ਨੇ? ਹਾਲੇਲੂਇਆ। ਉਹ ਕਹਿੰਦੇ ਜੀ, ਕੋਈ ਕਹਿੰਦਾ ਯੂਹੰਨਾ ਬਪਤਿਸਮਾ ਦੇਣ ਵਾਲਾ। ਹਾਲੇਲੂਇਆ। ਕੋਈ ਕਹਿੰਦੇ ਨੇ ਏਲੀਆ, ਕੋਈ ਕਹਿੰਦਾ ਯਿਰਮੀਆ, ਕੋਈ ਕਹਿੰਦਾ ਵੀ ਨਬੀਆਂ ਦੇ ਵਿੱਚੋਂ ਕੋਈ ਆ ਗਿਆ, ਪੁਰਾਣੇ ਨਬੀਆਂ ਦੇ ਵਿੱਚੋਂ ਜਿਨ੍ਹਾਂ ਨੇ ਬਾਈਬਲਾਂ ਲਿਖੀਆਂ, ਜੋ ਪ੍ਰਭੂ ਦੇ ਕਹਿੰਦੇ ਉਹਨਾਂ ਵਿੱਚੋਂ ਆ ਗਿਆ। ਹੁਣ ਕੋਈ ਮਤਲਬ ਨਹੀਂ ਕਿ ਲੋਕ ਕੀ ਕਹਿੰਦੇ ਨੇ।
ਆਮੀਨ। ਹਾਲੇਲੂਇਆ। ਹੁਣ ਤੁਸੀਂ ਕਦੇ ਪੁੱਛੋ ਕੋਈ ਯਿਸੂ ਮਸੀਹ ਨੂੰ ਈਸਾ ਮਸੀਹ ਆਖਦਾ ਹੈ? ਹਾਲੇਲੂਇਆ। ਕੋਈ ਯਿਸੂ ਮਸੀਹ ਆਖਦਾ ਹੈ? ਹਾਲੇਲੂਇਆ। ਕੋਈ ਕੁਛ ਆਖਦਾ ਹੈ, ਕੋਈ ਅੰਗਰੇਜ਼ਾਂ ਦਾ ਗੁਰੂ ਆਖਦਾ, ਪਰ ਇਹਦੇ ਨਾਲ ਕੋਈ ਮਤਲਬ ਨਹੀਂ। ਤੁਸੀਂ ਕੀ ਕਹਿੰਦੇ ਹੋ? ਹਾਲੇਲੂਇਆ। ਹਾਲੇਲੂਇਆ। ਸਵਾਲ ਇਹ ਕਿ ਤੁਸੀਂ ਕੀ ਕਹਿੰਦੇ ਹੋ? ਜਿਹੜੇ ਪ੍ਰਭੂ ਯਿਸੂ ਮਸੀਹ ਨੇ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਜੋ ਮੈਂ ਕੌਣ ਹਾਂ? ਸ਼ਮੌਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜਿਉਂਦੇ ਪਰਮੇਸ਼ਰ ਦਾ ਪੁੱਤ ਹੈ। ਜਿਸ ਨੇ ਉੱਤਰ ਦਿੱਤਾ, ਧੰਨ ਹੈ ਸ਼ਮੌਨ ਵਰਜਨਾ, ਕਿਉਂਕਿ ਸਰੀਰ ਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ ਗੱਲ ਤੇਰੇ ਤੇ ਪ੍ਰਗਟ ਕੀਤੀ ਹੈ। ਮੈਂ ਵੀ ਤੈਨੂੰ ਆਖਦਾ ਕਿ ਤੂੰ ਪਤਰਸ ਹੈ ਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂ। ਹਾਲੇਲੂਇਆ। 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 ਹੁਣ ਇੱਥੇ ਲੋਕ ਬੜੇ ਚੰਬੇ ਚ ਪਏ। ਅਗਰ ਨਬੀ ਨਾ ਹੁੰਦਾ, ਅਗਰ ਖੁਦਾ ਦਾ ਪ੍ਰਕਾਸ਼ਨ ਉਹ ਨਾ ਆਉਂਦਾ ਤੇ ਲੋਕਾਂ ਨੇ ਚੰਬੇ ਚ ਪੈ ਰਹਿਣਾ ਸੀ। ਹਾਲੇਲੂਇਆ। ਆਮੀਨ। ਹੁਣ ਲੋਕਾਂ ਨੇ ਕਿਹਾ ਕਿ ਖੁਦਾਵੰਦ ਯਿਸੂ ਮਸੀਹ ਨੇ ਕਿਹਾ ਕਿ ਪਤਰਸ ਤੇਰੇ ਤੇ ਕਲੀਸਿਆ ਖੜੀ ਕਰਾਂ। ਆਮੀਨ। ਯਿਸੂ ਮਸੀਹ ਨੇ ਕਿਹਾ ਹਾਂ ਕਿ ਮੈਂ ਵੀ ਤੈਨੂੰ ਆਖਦਾ ਤੂੰ ਪਤਰਸ ਹੈ, ਇਸ ਪੱਥਰ ਉੱਤੇ ਆਪਣੀ ਕਲੀਸਿਆ ਖੜੀ ਕਰ। ਕਿਹੜਾ ਪੱਥਰ ਹੈ? ਹਾਲੇਲੂਇਆ। ਲੋਕਾਂ ਨੇ ਕਿਹਾ, ਅਗਰ ਰੋਮਨ ਕੈਥੋਲਿਕ ਦੀ ਗੱਲ ਕਰੀ ਜਾਵੇ, ਉਹਨਾਂ ਨੇ ਕਿਹਾ ਕਿ ਸਭ ਦਾ ਹੈੱਡ ਪਤਰਸ ਸੀ। ਕਹਿੰਦੇ ਭਾਈ ਵੀ ਸਭ ਦਾ ਹੈੱਡ ਉਸ ਸਮੇਂ ਪੌਪ ਸੀਗਾ, ਪਤਰਸ ਸੀਗਾ। ਕਹਿੰਦੇ ਪਤਰਸ ਉੱਤੇ ਖੁਦਾ ਨੇ ਕਿਹਾ ਕਿ ਮੈਂ ਤੇਰੀ ਕਲੀਸਿਆ ਖੜੀ ਕਰਾਂਗਾ। ਇੱਥੇ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਪ੍ਰਗਟ ਕੀਤੀ, ਮੈਂ ਵੀ ਤੈਨੂੰ ਆਖਦਾ ਤੂੰ ਪਤਰਸ ਦੇ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ। ਪਤਾਲ ਦੇ ਫਾਟਕਾਂ ਉੱਤੇ ਕੋਈ ਵਸ ਨਹੀਂ ਚੱਲੇਗਾ। ਪਤਾਲ ਦੇ ਨਰਕ ਦੇ ਫਾਟਕਾਂ ਦਾ ਉੱਤੇ ਕੋਈ ਅਸਰ ਨਹੀਂ ਹੋਊਗਾ। ਇਸ ਕਲੀਸਿਆ ਦੇ ਉੱਤੇ, ਇਸ ਸੰਗਤੀ ਦੇ ਉੱਤੇ ਜਿਹੜੀ ਖੁਦਾ ਇਸ ਪੱਥਰ ਉੱਤੇ ਬਣਾਉਣ ਜਾ ਰਿਹਾ, ਕਹਿੰਦਾ ਨਰਕ ਦੇ ਫਾਟਕਾਂ ਦਾ ਕੋਈ ਅਸਰ ਨਹੀਂ ਹੋਊਗਾ। ਹਾਲੇਲੂਇਆ। ਹਾਲੇਲੂਇਆ। ਨਰਕ ਦੇ ਫਾਟਕਾਂ ਦਾ ਕੋਈ ਅਸਰ ਨਹੀਂ ਹੋਊਗਾ। तो केड़ी कलीसिया उत्ते? ये पतरस दे उत्ते। हालेलुया। नबी कहता अगर खुदा ने पतरस दे उत्ते कलीसिया खड़ी करनी सी ते उत्थे एक होर शुद्ध हालेलुया अते पवित्र मनुख खड़ा सी। आमीन। वो कौन सी? हालेलुया। अगर खुदा ने एक मनुख नूं लैके उहदे ते अपनी संगत खड़ी करनी हुंदी कि मैं तेरे उत्ते अपनी कलीसिया खड़ा करांगा तां पतरस दे नालों भी एक होर पवित्र अत पवित्र वस्तु उत्ते है, वो है प्रभु यीशु मसीह। हालेलुया। अगर तुम पतरस बारे पढ़ना चाहोगे कि मैं थोड़ा जिहा मैं तुहानूं दसदा कि पतरस ही वही पात्र है जिहने यीशु मसीह दा तन बारे इनकार कर दित्ता। हालेलुया। हालेलुया। एक होर पढ़दे हां, एक इसे दी की पढ़दे हां, नहीं 23 पढ़ दो भाई। पर ਉਹਨੇ ਮੁੜ ਕੇ ਪਤਰਸ ਨੂੰ ਆਖਿਆ, हे शैतान ਮੈਥੋਂ ਪਿੱਛੇ ਹਟ। ਹਾਲੇਲੂਇਆ। ਹੁਣ ਖੁਦਾਵੰਦ ਯਿਸੂ ਮਸੀਹ ਨੇ ਪਤਰਸ ਨੂੰ ਕਹਿੰਦਾ हे शैतान ਮੇਥੋਂ ਪਿੱਛੇ ਹਟ। ਹਾਲੇਲੂਇਆ। ਇਹ ਕਿਵੇਂ ਹੋ ਸਕਦਾ? ਖੁਦਾ ਇੱਕ ਮਨੁੱਖ ਦੇ ਉੱਤੇ ਆਪਣੀ ਸੰਗਤ ਖੜੀ ਕਰੇ। ਹਾਲੇਲੂਇਆ। ਹਾਲੇਲੂਇਆ। ਮੈਂ ਤੁਹਾਨੂੰ ਦੱਸਾਂ ਖੁਦਾ ਨੂੰ ਬੜਾਈ ਮਿਲੇ। ਇੱਕ ਵਾਰੀ ਨਵੀਂ ਇੱਕ ਪ੍ਰਚਾਰ ਚ ਕਹਿ ਰਿਹਾ ਹੈ, ਕਹਿੰਦਾ ਮੈਂ ਜਾਣਦਾ ਹਾਂ ਕਿ ਹੋ ਸਕਦਾ ਹੈ ਅੱਜ ਬਹੁਤ ਵੱਡੀਆਂ ਕਲੀਸਿਆਂ ਵਾਲੇ ਖੁਦਾ ਦੀ ਸਭ ਤੇ ਨਿਗਾਹ ਹੈ ਕੌਣ ਕੀ ਕਰ ਰਿਹਾ ਹੈ। ਬਹੁਤ ਜ਼ਿਆਦਾ ਇਕੱਠ ਨੇ, ਹਜ਼ਾਰਾਂ ਲੋਕ, ਲੱਖਾਂ ਲੋਕ ਹਾਲੇਲੂਇਆ ਪ੍ਰਭੂ ਦੇ ਵਿੱਚ ਨੇ, ਬਹੁਤ ਵੱਡੇ ਚੰਬੇ ਕੰਮ ਹੋ ਰਹੇ ਨੇ। ਹਾਲੇਲੂਇਆ। ਹਾਲੇਲੂਇਆ। ਪਰ ਪ੍ਰਭੂ ਦਾ ਧੰਨਵਾਦ। ਇਹ ਨਬੀ ਆਖਦਾ ਇੱਕ ਕਲੀਸਿਆ ਹੈ ਜੋ ਮੱਤੀ 16 ਤੇ ਖੜੀ ਹੈ। ਆਮੀਨ। ਔਰ ਮੈਂ ਜਦੋਂ ਸੁਣਿਆ ਮੈਂ ਕਿ ਪ੍ਰਭੂ ਹੋ ਸਕਦਾ ਭਾਈ ਨੇ ਮਰਕਸ 16 ਨਾ ਕਿਹਾ ਹੋਵੇ। ਮੈਂ ਨਹੀਂ, ਜੇ ਮੈਂ ਦੁਬਾਰਾ ਸੁਣਾ ਤੇ ਕਹਿੰਦਾ ਇੱਕ ਕਲੀਸਿਆ ਹੈ ਜੋ ਮੱਤੀ 16 ਤੇ ਖੜੀ ਹੈ। ਆਮੀਨ। ਇਹ ਕਿਹੜੀ ਕਲੀਸਿਆ ਜਿਹੜੀ ਇੱਥੇ ਖੜੀ ਹੈ? ਕਹਿੰਦਾ ਮੈਂ ਇਹਦੇ ਉੱਤੇ ਆਪਣੀ ਕਲੀਸਿਆ ਖੜੀ ਕਰਾਂਗਾ। ਤੁਹਾਨੂੰ ਪਤਾ ਹੈ ਕੀ ਚੀਜ਼ ਹੈ? ਇਹ ਹੈ ਪ੍ਰਕਾਸ਼ਨ। ਹਾਲੇਲੂਇਆ। ਹਾਲੇਲੂਇਆ। ਜਦੋਂ ਪ੍ਰਭੂ ਯਿਸੂ ਮਸੀਹ ਨੇ ਕਿਹਾ, ਕਹਿੰਦਾ ਤੂੰ ਕੀ ਆਖਦਾ ਮਨੁੱਖ ਦੇ ਪੁੱਤ? ਉਹ ਕਹਿੰਦਾ ਤੂੰ ਜਿਉਂਦੇ ਪਰਮੇਸ਼ਵਰ ਦਾ ਪੁੱਤ ਮਸੀਹ। ਆਮੀਨ। ਇੱਕਦਮ ਤੂੰ ਜਿਉਂਦੇ ਪਰਮੇਸ਼ਵਰ ਦਾ ਪੁੱਤ ਮਸੀਹ ਹੈ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਕਹਿੰਦਾ ਇਹ ਗੱਲ ਤੇਰੇ ਤੇ ਲਹੂ ਨੇ ਮਾਸ ਨੇ ਪ੍ਰਗਟ ਨਹੀਂ ਕੀਤੀ। ਜੇ ਤੂੰ ਕਹੇ ਤੇਰਾ ਦਿਮਾਗ ਕੰਮ ਕਰ ਗਿਆ, ਜੇ ਤੂੰ ਕਹੇ ਮੈਂ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਸੀ ਤੇ ਮੈਨੂੰ ਸਮਝ ਆਈ, ਨਹੀਂ, ਇਹ ਖੁਦਾ ਦਾ ਪ੍ਰਕਾਸ਼ਨ ਆ ਜਿਹੜਾ ਉਸੇ ਵੇਲੇ ਦਿੱਤਾ ਜਾਂਦਾ। ਆਮੀਨ। ਕਈ ਵਾਰ ਤੁਸੀਂ ਗੌਰ ਕਰਿਓ ਕਿ ਕਈ ਵਾਰੀ ਇਹੋ ਜਿਹੀ ਗੱਲ ਤੁਸੀਂ ਕਹਿ ਦਿੰਦੇ ਹੋ ਜਿਹੜੀ ਤਾਂ ਤੁਹਾਨੂੰ ਆਪ ਨੂੰ ਨਹੀਂ ਪਤਾ ਹੁੰਦਾ। ਇੱਕ ਦਿਨ ਮੈਂ ਗੱਲ ਕਰ ਰਹੀ ਭਾਈ ਦੇ ਨਾਲ, ਮੈਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਿਆ, ਮੈਂ ਕੁਛ ਨਹੀਂ ਗੱਲ ਕਹੀ ਕਿ ਖੁਦਾ ਬਾਕੀ ਮੈਨੂੰ ਗੱਲ ਸਿੱਖਣ ਵਾਲੀ ਹੈ। ਮੈਂ ਮੂੰਹ ਚੋਂ ਕੱਢਦੀ ਪਰ ਮੈਂ ਕਦੇ ਜ਼ਿੰਦਗੀ 'ਚ ਇਹਨੂੰ ਲਾਗੂ ਨਹੀਂ ਕੀਤਾ। ਹਾਲੇਲੂਇਆ। ਇਹ ਕੀ ਹੈ? ਦਾ ਰੈਵਲੇਸ਼ਨ। ਇਹ ਹੈ ਪ੍ਰਕਾਸ਼ਨ। ਹਾਲੇਲੂਇਆ। 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 ਤਾਰੀਫ ਹੋਵੇ, ਖੁਦਾ ਨੂੰ ਵਡਿਆਈ ਮਿਲੇ, ਉਹ ਮਹਾਨ ਪਰਮੇਸ਼ਰ ਹੈ। ਇਹ ਤਾਂ ਇਸ ਪ੍ਰਕਾਸ਼ਨ ਉੱਤੇ ਆਪਣੀ ਕਲੀਸਿਆ ਖੜੀ ਕਰਾਂ ਜੋ ਪ੍ਰਕਾਸ਼ਨ ਹੁਣੇ 2 ਮਿੰਟ ਦਾ ਤੇਰੇ ਕੋਲ ਆਇਆ ਹੈ। ਆਮੀਨ। ਹਾਲੇਲੂਇਆ। ਹਾਲੇਲੂਇਆ। ਦੱਸਾਂ ਖੁਦਾ ਨੇ ਕੀ ਕਿਹਾ? ਕਹਿੰਦਾ ਲੋਕ ਤੁਹਾਨੂੰ ਫੜਾ ਦੇਣਗੇ, ਆਖਣਗੇ ਕਿ ਹਾਲੇਲੂਇਆ, ਲੋਕ ਤੁਹਾਨੂੰ ਕਚਹਿਰੀਆਂ 'ਚ ਲੈ ਜਾਣਗੇ, ਫੜਾ ਦੇਣਗੇ, ਪਰ ਚਿੰਤਾ ਨਾ ਕਰੋ ਕਿ ਤੁਸੀਂ ਕੀ ਕਹਿਣਾ ਹੈ। ਚਿੰਤਾ ਨਾ ਕਰੋ। ਪਹਿਲੀ ਨਾ ਕਿਤੇ ਸੋਚਣ ਲੱਗ ਜਾਓ, ਕਿਉਂ ਬਣਾਉਣ ਲੱਗ ਜਾਓ ਵੀ ਜੇ ਮੈਨੂੰ ਫੜਾ ਲਿਆ ਜਾਊਗਾ, ਯਿਸੂ ਦੇ ਨਾਮ ਕਾਰਨ ਮੈਨੂੰ ਕਿਸੇ ਨੇ ਚੱਕ ਕੇ ਲੈ ਗਏ ਤੇ ਮੈਂ ਕੀ ਕਹੂੰਗਾ। ਵਚਨ ਕੀ ਕਹਿੰਦਾ? ਉਸੇ ਘੜੀ ਤੁਹਾਨੂੰ ਬਖਸ਼ਿਆ ਜਾਏਗਾ। ਆਮੀਨ। ਇਹ ਕੀ ਹੈ? ਇਹ ਪ੍ਰਕਾਸ਼ਨ। ਉਸੇ ਘੜੀ ਖੁਦਾ ਦਾ ਆਤਮਾ ਤੁਹਾਡੇ ਦਿਲ ਦੇ ਅੰਦਰ ਪਾਏਗਾ। ਕੋਈ ਗੱਲ
ਜਿਵੇਂ ਹੁਣ ਉਹਨੇ ਪਤਰਸ ਦੇ ਪਾਈ, ਪਤਰਸ ਨੂੰ ਕੀ ਕਿਹਾ? ਕਹਿੰਦਾ ਤੂੰ ਜਿਉਂਦੇ ਪਰਮੇਸ਼ਰ ਦਾ ਪੁੱਤ ਮਸੀਹ ਹੈ। ਆਮੀਨ। ਕਹਿੰਦਾ ਇਹ ਗੱਲ ਲਹੂ ਮਾਸ ਨੇ ਪ੍ਰਗਟ ਨਹੀਂ ਕੀਤੀ ਤੇਰੇ ਤੇ, ਹਾਲੇਲੂਇਆ। ਹਾਲੇਲੂਇਆ। ਇਹ ਮੇਰੇ ਪਿਤਾ ਨੇ ਤੇਰੇ ਤੇ ਗੱਲ ਪ੍ਰਗਟ ਕੀਤੀ ਹੈ, ਪਰ ਮੈਂ ਵੀ ਤੈਨੂੰ ਆਖਦਾ ਤੂੰ ਪਤਰਸ ਹੈ, ਹਾਲੇਲੂਇਆ। ਮੈਂ ਇਸ ਦੇ ਉੱਤੇ ਆਪਣੀ ਕਲੀਸਿਆ ਖੜੀ ਕਰਾਂਗਾ। ਕਾਹਦੇ ਉੱਤੇ? ਪ੍ਰਕਾਸ਼ਨ ਦੇ ਉੱਤੇ। ਆਮੀਨ। ਹਾਲੇਲੂਇਆ, ਹਾਲੇਲੂਇਆ। ਹੁਣ ਧਿਆਨ ਕਰੋ, ਕੈਨ ਤੇ ਹਾਬਲ ਦੋ ਸਕੇ ਭਾਈ ਸੀਗੇ, ਹਾਲੇਲੂਇਆ। ਕੈਨ ਤੇ ਹਾਬਲ ਖੁਦਾ ਦੇ ਅੱਗੇ ਦਾ ਵਰੇ ਦੇ ਬੜਾ ਆਇਆ ਕਿ ਆਓ ਆਪਾਂ ਆਪਣੀਆਂ ਗਲਤੀਆਂ ਦੇ ਲਈ ਭੇਟਾ ਲੈ ਕੇ ਜਾਈਏ, ਹਾਲੇਲੂਇਆ। ਹੋ ਸਕਦਾ ਅਸੀਂ ਗਲਤੀਆਂ ਕੀਤੀਆਂ ਹੁਣ, ਅੱਜ ਅਸੀਂ ਹਰ ਐਤਵਾਰ ਆਉਂਦੇ ਹਾਂ, ਖੁਦਾ ਦੇ ਅੱਗੇ ਗਲਤੀਆਂ ਮੰਨਦੇ ਹਾਂ, ਫੇਰ ਚਲੇ ਜਾਂਦੇ ਹਾਂ, ਆਪਣੇ ਬੁੱਧਾਂ ਦੀ ਭੇਟਾ ਦੇ ਕੇ ਜਾਂਦੇ ਹਾਂ, ਹਾਲੇਲੂਇਆ। ਪਰ ਉਸ ਸਮੇਂ ਉਹਨਾਂ ਨੇ ਕਿਹਾ ਕਿ ਆਓ ਆਪਾਂ ਕੋਈ ਭੇਟ ਲੈ ਕੇ ਚੱਲੀਏ ਤਾਂ ਜੋ ਖੁਦਾ ਦੇ ਅੱਗੇ ਆਪਣੀਆਂ ਗਲਤੀਆਂ ਨੂੰ ਬਖਸ਼ਾ ਸਕੀਏ, ਆਮੀਨ, ਹਾਲੇਲੂਇਆ। ਕੈਨ ਇੱਕ ਵਧੀਆ ਕਿਸਾਨ ਸੀ, ਉਹਨੇ ਆਪਣੇ ਖੇਤ ਦੇ ਵਿੱਚ ਸਬਜ਼ੀਆਂ ਉਗਾਈਆਂ, ਚੰਗੇ ਫਲ ਉਗਾਏ, ਹਾਲੇਲੂਇਆ, ਬਹੁਤ ਕੁਝ ਉਗਾਇਆ। ਪਰ ਕੈਨ ਕੀ ਸੀ? ਆਪਣਾ ਹਾਬਲ, ਅਯਾਲੀ, ਹਾਲੇਲੂਇਆ, ਹਾਲੇਲੂਇਆ। ਹਾਬਲ ਇੱਕ ਅਯਾਲੀ ਸੀ, ਪ੍ਰਭੂ ਨੂੰ ਮਹਿਮਾ ਮਿਲੇ, ਆਮੀਨ, ਹਾਲੇਲੂਇਆ। ਹਾਬਲ ਨੇ ਕੀ ਕੀਤਾ? ਹਾਬਲ ਇੱਕ ਪਠੋਰਾ ਲਿਆ, ਹਾਲੇਲੂਇਆ, ਇੱਕ ਲੇੜਾ ਲਿਆ, ਕਾਹਦੇ ਲਈ? ਖੁਦਾ ਨੂੰ ਭੇਟ ਚੜਾਉਣ ਦੇ ਲਈ। ਉਹ ਲੈ ਕੇ ਆਇਆ, ਪਰ ਉਹ ਧੰਨਵਾਦ ਯਿਸੂ ਸੀ ਦਾ ਕਿ ਹੁਣ ਹਾਬਲ ਨੂੰ ਕਿਵੇਂ ਪਤਾ ਲੱਗਿਆ ਵੀ ਲੇੜਾ ਹੀ ਖੁਦਾ ਲੇੜੇ ਤੋਂ ਖੁਸ਼ ਹੋ ਗਿਆ, ਹਾਲੇਲੂਇਆ, ਹਾਲੇਲੂਇਆ। ਪ੍ਰਭੂ ਨੂੰ ਮਹਿਮਾ ਮਿਲੇ। ਉਸੇ ਵੇਲੇ ਪ੍ਰਕਾਸ਼, ਹਾਲੇਲੂਇਆ, ਆਮੀਨ। ਕਿਉਂਕਿ ਇਸ ਉੱਤੇ ਮੈਂ ਆਪਣੀ ਕਲੀਸਿਆ ਖੜਾ ਕਰਾਂਗਾ, ਹਾਲੇਲੂਇਆ। ਆਓ ਅਸੀਂ ਇਹਦੇ ਨਾਲ ਇੱਕ ਹੋਰ ਐਤ ਜੋੜਦੇ ਹਾਂ, ਹਾਲੇਲੂਇਆ। ਇਹ ਪੜ੍ਹਦੇ ਹਾਂ ਪ੍ਰਕਾਸ਼ ਦੀ ਪੋਥੀ 10 ਉਹਦਾ 7 ਦੇ 10 ਉਹਦੀ 7 ਐਤ ਤੋਂ ਪੜ੍ਹਦੇ ਹਾਂ। ਸਗੋਂ 7ਵੇਂ ਦੂਤ ਦੀ ਆਵਾਜ਼ ਦੇ ਦਿਨੀ ਜਾਂ ਤੁਰੀ ਵਜਾਵੇਗਾ ਤਾਂ ਪਰਮੇਸ਼ਵਰ ਦਾ ਭੇਤ ਸੰਪੂਰਨ ਹੋਵੇਗਾ, ਜਿਵੇਂ ਉਹਨੇ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ ਇਹਦੀ ਖੁਸ਼ਖਬਰੀ ਦਿੱਤੀ ਸੀ। ਅਤੇ ਜਿਹੜੀ ਆਵਾਜ਼ ਮੈਂ ਆਕਾਸ਼ੋਂ ਸੁਣੀ ਸੀ, ਮੈਂ ਉਹਨੂੰ ਆਪਣੇ ਨਾਲ ਫੇਰ ਗੱਲਾਂ ਕਰਦੇ ਅਤੇ ਇਹ ਆਖਦੇ ਸੁਣਿਆ, ਭਾਈ ਜਾ ਉਹ ਪੋਥੀ ਲੈ ਲੈ ਜੋ ਉਸ ਦੂਤ ਦੇ ਹੱਥ ਵਿੱਚ ਖੁੱਲੀ ਪਈ ਹੈ, ਜਿਹੜਾ ਸਮੁੰਦਰ ਅਤੇ ਧਰਤੀ ਦੇ ਉੱਤੇ ਖਲੋਤਾ ਹੈ। ਅਤੇ ਮੈਂ ਉਸ ਦੂਤ ਦੇ ਕੋਲ ਜਾ ਕੇ ਉਸ ਨੂੰ ਕਿਹਾ, ਉਹ ਛੋਟੀ ਪੋਥੀ ਮੈਨੂੰ ਦੇ। ਅਤੇ ਉਹਨੇ ਮੈਨੂੰ ਆਖਿਆ, ਲੈ ਲੈ ਅਤੇ ਇਹਨੂੰ ਖਾ ਜਾ। ਇਹ ਤੇਰੇ ਢਿੱਡ ਨੂੰ ਤਾਂ ਕੌੜਿਆਂ ਕਰ ਦੇਵੇਗੀ, ਪਰ ਤੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੇਗੀ। ਤਾਂ ਮੈਂ ਉਹ ਛੋਟੀ ਪੋਥੀ ਦੂਤ ਦੇ ਹੱਥੋਂ ਲੈ ਲਈ ਅਤੇ ਉਹਨੂੰ ਖਾਧਾ, ਅਤੇ ਉਹ ਮੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੀ। ਅਤੇ ਜਾਂ ਮੈਂ ਉਹਨੂੰ ਖਾ ਲਿਆ ਤਾਂ ਮੇਰਾ ਢਿੱਡ ਕੌੜਾ ਹੋ ਗਿਆ। ਅਤੇ ਉਹਨਾਂ ਮੈਨੂੰ ਆਖਿਆ, ਤੈਨੂੰ ਬਹੁਤਿਆਂ ਲੋਕਾਂ, ਕੌਮਾਂ, ਭਾਖਿਆਂ ਅਤੇ ਰਾਜਿਆਂ ਉੱਤੇ ਫੇਰ ਅਗੰਮਵਾਕ ਕਰਨਾ ਪਵੇਗਾ। ਆਮੀਨ, ਹਾਲੇਲੂਇਆ। ਮਹਿਮਾ ਮਿਲੇ ਪ੍ਰਭੂ ਦਾ, ਧੰਨਵਾਦ ਸੁਰਗੀ ਪ੍ਰਭੂ ਨੂੰ ਵਧਾਈ ਮਿਲੇ, ਹਾਲੇਲੂਇਆ, ਹਾਲੇਲੂਇਆ। ਧੰਨਵਾਦ ਯਿਸੂ ਸੀ ਦਾ। ਸਾਰੀ ਬਾਈਬਲ, ਸਾਰੇ ਭੇਤ ਨਬੀ ਨੇ ਖੋਲ ਦਿੱਤੇ ਨੇ। ਮੈਂ ਸਾਰੇ ਕਿਉਂ ਕਹਿ ਰਿਹਾ? ਹਾਲੇਲੂਇਆ, ਕਿਉਂਕਿ ਸਾਰੇ ਖੁੱਲ ਗਏ ਨੇ, ਹਾਲੇਲੂਇਆ। ਇੱਕ ਵੀ ਭੇਤ ਨਹੀਂ ਰਿਹਾ ਹੈ ਜੋ ਗੁਪਤ ਰਿਹਾ ਹੋਵੇ, ਹਾਲੇਲੂਇਆ। ਸਾਰੇ ਭੇਤ ਖੁੱਲ ਚੁੱਕੇ ਨੇ, 7ਵੀਂ ਮੋਹਰ ਖੁੱਲ ਚੁੱਕੀ ਹੈ, ਹਾਲੇਲੂਇਆ। ਜਿਹਦੇ ਲਈ ਨਹੀਂ ਖੁੱਲੀ ਹੈ ਉਹਦੇ ਲਈ ਨਹੀਂ ਖੁੱਲੀ ਹੈ, ਹਾਲੇਲੂਇਆ, ਹਾਲੇਲੂਇਆ। ਲੋਕ ਸਾਡੇ ਆਪਣੇ ਭਾਈ ਜਿਹੜੇ, ਹਾਲੇਲੂਇਆ, ਸਾਡੇ ਨੂੰ ਹੋ ਸਕਦਾ ਬਹੁਤ ਪੁਰਾਣੇ ਹੋਣ, ਹਾਲੇਲੂਇਆ, ਹਾਲੇਲੂਇਆ, ਉਹ ਕਹਿੰਦੇ ਸਭ ਕੁਝ ਖੁੱਲ ਗਿਆ ਹੈ ਪਰ 7 ਗਰਜਾਂ ਹਜੇ ਨਹੀਂ ਆਈਆਂ, ਹਾਲੇਲੂਇਆ। ਪਰ ਪ੍ਰਭੂ ਦਾ ਧੰਨਵਾਦ ਹੈ ਕਿ ਉਹ ਵੀ ਖੁੱਲ ਗਈਆਂ ਨੇ, ਹਾਲੇਲੂਇਆ, ਹਾਲੇਲੂਇਆ। ਇੱਥੇ ਯਹੂਨਾ ਹੈ, ਯਹੂਨਾ ਜਿਹਨੂੰ ਪ੍ਰਕਾਸ਼ ਦੀ ਪੋਥੀ ਅਚਾਨਕ ਸਵਰਗ ਦੇ ਵਿੱਚ ਲਿਜਾਇਆ ਗਿਆ ਤੇ ਸਾਰਾ ਕੁਝ ਦਿਖਾ ਦਿੱਤਾ ਗਿਆ ਉਹਨੂੰ, ਹਾਲੇਲੂਇਆ, ਹਾਲੇਲੂਇਆ। ਇਹ ਕੀ ਕੁਝ ਹੋਣ ਵਾਲਾ ਹੈ ਉਹ ਬਾਈਬਲ ਦੇ ਵਿੱਚ ਲਿਖਿਆ। ਜਿਹੜੀ ਪ੍ਰਕਾਸ਼ ਦੀ ਪੋਥੀ ਕਿਤਾਬ ਹੈ ਉਹ ਲਿਖਿਆ ਹੈ ਯਿਸੂ ਮਸੀਹ ਦੇ ਪ੍ਰਕਾਸ਼ਨ ਦੀ ਕਿਤਾਬ, ਯਿਸੂ ਮਸੀਹ ਦੇ ਪ੍ਰਕਾਸ਼ਨ ਦੀ ਕਿਤਾਬ ਹੈ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਹ ਹੈ ਯਿਸੂ ਮਸੀਹ ਦਾ ਅਸਲੀ ਭੇਤ, ਹਾਲੇਲੂਇਆ। ਇਹ ਹੈ ਯਿਸੂ ਮਸੀਹ ਦੀਆਂ ਗੁਪਤ ਗੱਲਾਂ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇੱਥੇ ਹੈ ਸਭ ਕੁਝ, ਹਾਲੇਲੂਇਆ, ਹਾਲੇਲੂਇਆ। ਇਹ ਉਹ ਕਿਤਾਬ ਹੈ ਜਿਹੜੀ ਸਿੱਧਾ ਉਤਪਤੀ ਨਾਲ ਜੁੜਦੀ ਹੈ, ਹਾਲੇਲੂਇਆ, ਹਾਲੇਲੂਇਆ। ਸ਼ੁਰੂ ਤੋਂ 66 ਕਿਤਾਬਾਂ ਨੇ, ਪਹਿਲਾਂ ਸ਼ੁਰੂ ਤੋਂ ਲੈ ਜਾਂਦੀ ਹੈ, ਹਾਲੇਲੂਇਆ, ਹਾਲੇਲੂਇਆ। ਉਹਨੇ ਕਹੀ ਯਹੂਨਾ ਹੈ, ਕਹਿੰਦਾ ਦੁਲਹਨ ਹੈ, ਨਬੀ ਕਹਿੰਦਾ ਯਹੂਨਾ ਸਾਨੂੰ ਦਰਸਾਉਂਦਾ ਹੈ, ਹਾਲੇਲੂਇਆ। ਉਹਨੇ ਕੀ ਕੀਤਾ? ਉਹਨੂੰ ਕਿਹਾ ਗਿਆ ਕਿ ਜਿਹੜੀ ਪੋਥੀ ਤੂੰ ਖੁੱਲੀ ਹੋਈ ਵੇਖਦਾ ਹੈ, ਦੂਤ ਦੇ ਹੱਥ ਚੋਂ ਲੈ ਤੇ ਇਹਨੂੰ ਖਾ ਲੈ, ਹਾਲੇਲੂਇਆ। ਇਹ ਕਦੇ ਤੁਸੀਂ ਗੌਰ ਕਰਿਓ, 7 ਮੋਹਰਾਂ ਦੀ ਕਿਤਾਬ ਆ ਨਾ, ਜਿਹੜੀ 7 ਮੋਹਰਾਂ ਦੀ ਕਿਤਾਬ, ਜਦੋਂ ਦੇ ਪਹਿਲੇ ਪੇਜ ਨੂੰ ਪਲਟੋਗੇ ਨਾ, ਉੱਥੇ ਭਾਈ ਬ੍ਰਾਹਨਮ ਦੀ ਫੋਟੋ ਹੈ, ਉਹ ਇਸ ਤਰ੍ਹਾਂ ਕੁਰਸੀ ਤੇ ਬੈਠਾ ਹੋਇਆ ਤੇ ਕਿਤਾਬ ਨੂੰ ਖੁੱਲੀ ਹੋਈ ਨਾਲ ਪੜ੍ਹ ਰਿਹਾ, ਬਾਈਬਲ ਪੜ੍ਹ ਰਿਹਾ,
ਹੁਣ ਦੇਖਣ ਵਾਲੇ ਕਹਿਣਗੇ ਵੀ ਭਾਈ ਆਪਦੀ ਕਿਤਾਬ ਉਹਨੇ ਤਾਂ ਆਪਦੀ ਫੋਟੋ ਲਾਤੀ। ਹਾਲੇਲੂਇਆ ਹਾਲੇਲੂਇਆ। ਪਰ ਇਸ ਦਾ ਰੈਵਲੇਸ਼ਨ, ਇਹ ਪ੍ਰਕਾਸ਼ਨ ਹੈ। ਹਾਲੇਲੂਇਆ ਹਾਲੇਲੂਇਆ। ਇਹੀ ਤੇ ਹੈ ਬਾਣੀ ਦੇ ਵਿੱਚ ਲਿਖਿਆ, ਜਿੱਥੇ ਮੈਂ ਆਪਦੀ ਕਲੀਸਿਆ ਖੜੀ ਕਰਾਂਗਾ। ਇਹ ਪ੍ਰਕਾਸ਼ਨ ਕੀ ਹੈ? ਉਸ ਕਿਤਾਬ ਦੇ ਉੱਤੇ ਜੋ ਫੋਟੋ ਹੈ ਉਹਦੇ ਲਿਖਿਆ ਹੈ ਕਿ ਇੱਕ ਦੂਤ ਨੂੰ ਖੁੱਲੀ ਹੋਈ ਕਿਤਾਬ ਦੇ ਨਾਲ ਵੇਖਿਆ ਹੈ। ਹਾਲੇਲੂਇਆ। ਉਹਦੇ ਕੋਲ ਕਿਤਾਬ ਬੰਦ ਨਹੀਂ ਹੈ, ਉਹ ਖੁੱਲੀ ਹੋਈ ਕਿਤਾਬ ਹੈ। ਹਾਲੇਲੂਇਆ। ਉਹ ਖਾਦੀ ਕੀ ਨਹੀਂ ਹੈ? ਕਹਿੰਦਾ ਉਹ ਲੈ ਤੇ ਉਹਨੂੰ ਖਾ ਲੈ, ਉਹ ਤੇਰੇ ਮੂੰਹ ਨੂੰ ਮਿੱਠੀ ਲੱਗੇਗੀ ਪਰ ਤੇਰੇ ਪੇਟ ਨੂੰ ਕੜਵਾ ਕਰ ਦੇਗੀ। ਆਮੀਨ। ਤੂੰ ਬਹੁਤ ਲੋਕਾਂ ਦੇ ਉੱਤੇ ਕੀ ਕਰਨੀਆਂ ਨੇ? ਅਗੰਮ ਵਾਚਨੇ ਨੇ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਖੁਦਾ ਦਾ ਧੰਨਵਾਦ। ਤੁਹਾਨੂੰ ਪਤਾ ਹੈ 7 ਕਰਜ਼ਾਂ ਕਿੱਥੇ ਨੇ? ਹਾਲੇਲੂਇਆ। ਤੁਹਾਨੂੰ ਪਤਾ ਹੈ 7 ਕਰਜ਼ਾਂ ਦੇ ਭੇਦ ਕਿੱਥੇ ਨੇ? ਤੁਹਾਨੂੰ ਪਤਾ ਹੈ 7 ਮੋਹਰਾਂ ਦੇ ਭੇਦ ਕਿੱਥੇ ਨੇ? ਹਾਲੇਲੂਇਆ ਆਮੀਨ। ਹਾਲੇਲੂਇਆ। ਹਾਲੇਲੂਇਆ। ਕਲੀਸਿਆ ਕਾਲ ਦੇ ਭੇਦ ਕਿੱਥੇ ਨੇ? ਹਾਲੇਲੂਇਆ। ਦੁਲਹਨ ਦੇ ਅੰਦਰ, ਕਿਉਂਕਿ ਉਸ ਪੋਥੀ ਨੂੰ ਦੁਲਹਨ ਖਾ ਗਈ ਹੈ। ਹਾਲੇਲੂਇਆ ਹਾਲੇਲੂਇਆ। ਇਹ ਕਿਤਾਬ ਹੈ ਭਾਈ, ਦਿਖਾਓ। ਉੱਥੇ ਨਬੀ ਬੈਠਾ ਹੈ। ਹਾਲੇਲੂਇਆ। ਖੁੱਲੀ ਹੋਈ ਕਿਤਾਬ ਦੇ ਨਾਲ, ਸ਼ਾਇਦ ਹੋਰ ਕੋਈ ਸ਼ਾਇਦ ਆਹੀ ਕਿਤਾਬ ਹੋ ਗਈ। ਹਾਲੇਲੂਇਆ ਹਾਲੇਲੂਇਆ। ਮਹਿਮਾ ਮਿਲੇ ਪ੍ਰਭੂ ਦਾ ਧੰਨਵਾਦ। ਇਹ ਹੈ ਰੈਵਲੇਸ਼ਨ, ਇਹ ਹੈ ਪ੍ਰਕਾਸ਼ਨ। ਹਾਲੇਲੂਇਆ। ਮਹਿਮਾ ਮਿਲੇ ਪ੍ਰਭੂ ਦਾ ਧੰਨਵਾਦ। ਇਸ ਪ੍ਰਕਾਸ਼ਨ ਦੇ ਉੱਤੇ ਮੈਂ ਕੀ ਕਰਾਂਗਾ? ਹਾਲੇਲੂਇਆ। ਮੈਂ ਆਪਣੀ ਕਲੀਸਿਆ ਖੜੀ ਕਰਾਂਗਾ ਜਿਨ੍ਹਾਂ ਨੂੰ ਇਹਨਾਂ ਦਾ ਪਤਾ ਨਹੀਂ ਹੈ। ਹਾਲੇਲੂਇਆ। ਅੱਜ ਲੋਕ ਕੀ ਕਰਦੇ ਨੇ? ਇਹ ਉਹ ਕਿਤਾਬ ਫੋਟੋ ਹੈ ਜੋ ਭਾਈ ਖੁੱਲੀ ਹੋਈ ਕਿਤਾਬ ਦੇ ਨਾਲ ਲਈ ਬੈਠਾ ਹੈ। ਪ੍ਰਕਾਸ਼ 7 ਮੋਹਰਾਂ ਦੀ ਕਿਤਾਬ ਜੇ ਤੁਸੀਂ ਪੜ੍ਹੋਗੇ, ਪਹਿਲੇ ਪੇਜ ਦੇ ਉੱਤੇ ਫੋਟੋ ਹੈ। ਦੇਖਣ ਵਾਲੇ ਲੱਗਦਾ ਵੀ ਨਾਰਮਲ ਫੋਟੋ ਹੈ ਨਾਮ, ਪਰ ਕਹਿੰਦਾ ਇੱਕ ਦੂਤ ਹੈ ਜਿਹਦੇ ਹੱਥ ਵਿੱਚ ਖੁੱਲੀ ਹੋਈ ਪੋਥੀ ਹੈ। ਆਮੀਨ। ਹਾਲੇਲੂਇਆ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਇਹ ਉਹ ਕਹਿੰਦਾ ਉਸਦੇ ਦੂਤ ਦੇ ਹੱਥੋਂ ਕਿਤਾਬ ਲੈ ਲੈ ਤੇ ਉਹਨੂੰ ਖਾ ਲੈ, ਛੋਟੀ ਪੋਥੀ ਖਾ ਲੈ ਕਿ ਤੇਰੇ ਪੇਟ ਨੂੰ ਕੜਵਾ ਕਰਦੀ। ਆਮੀਨ। ਪਰ ਹੁਣ ਭੇਤ ਕਿੱਥੇ ਨੇ? ਸਾਰੇ ਦੁਲਹਨ ਦੇ ਅੰਦਰ। ਹਾਲੇਲੂਇਆ ਹਾਲੇਲੂਇਆ। ਖੁਦਾ ਦੀ ਛੋਟੀ ਕਲੀਸਿਆ ਦੇ ਅੰਦਰ। ਹਾਲੇਲੂਇਆ ਹਾਲੇਲੂਇਆ। ਸਾਰੇ ਭੇਤ, ਸਾਰੇ ਰੈਵਲੇਸ਼ਨ ਖੁਦਾ ਨੇ ਆਪਣੇ ਲੋਕਾਂ ਦੇ ਅੰਦਰ ਪਾ ਦਿੱਤੇ। ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ, ਤੁਹਾਨੂੰ ਕੋਈ ਭਰਮਾ ਨਹੀਂ ਸਕਦਾ। ਪ੍ਰਭੂ ਨੇ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਹੋ ਸਕੇ 2 ਆਤਮੇ ਇੰਨੇ ਨੇੜੇ ਹੋਣਗੇ ਕਿ ਤੁਹਾਨੂੰ ਭਰਮਾ ਲੈਣ, ਪਰ ਨਹੀਂ ਭਰਮਾ ਸਕਦੇ। ਹਾਲੇਲੂਇਆ ਹਾਲੇਲੂਇਆ। ਨਹੀਂ ਭਰਮਾ ਸਕਦੇ, ਕਿਉਂਕਿ ਪ੍ਰਭੂ ਯਿਸੂ ਨੇ ਕਿਹਾ ਜੇ ਹੋ ਸਕੇ ਤਾਂ ਭਰਮਾ ਲੈ, ਪਰ ਇਹ ਹੋ ਹੀ ਨਹੀਂ ਸਕਦਾ ਹੈ। ਹਾਲੇਲੂਇਆ। ਕਿਉਂਕਿ ਸਾਰੇ ਛਲ ਛਿਲੰਤਰਾਂ ਦੇ ਨਾਲ ਲੜਨਾ, ਹਰ ਚੀਜ਼ ਉਹਨੇ ਮਸੀਹ ਤੋਂ ਸਿੱਖਿਆ ਹੈ। ਆਮੀਨ। ਆਮੀਨ। ਹਰ ਚੀਜ਼ ਉਹਨੇ ਮਸੀਹ ਤੋਂ ਸਿੱਖਿਆ ਹੈ। ਹਾਲੇਲੂਇਆ। ਮਸੀਹ ਅੱਜ ਪ੍ਰਭੂ ਦਾ ਆਤਮਾ ਅੱਜ ਫੇਰ ਉਹਨਾਂ ਦੀ ਅਗਵਾਈ ਕਰ ਰਿਹਾ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਕਦੋਂ ਮਹਿਮਾ ਮਿਲੀ, ਕਹਿੰਦਾ ਇਸ ਪ੍ਰਕਾਸ਼ਨ ਦੇ ਉੱਤੇ ਮੈਂ ਆਪਣੀ ਕਲੀਸਿਆ ਖੜੀ ਕਰਾਂਗਾ। ਆਮੀਨ। ਇਸ ਪ੍ਰਕਾਸ਼ਨ ਦੇ ਉੱਤੇ। ਆਮੀਨ। ਹਾਲੇਲੂਇਆ। ਮੈਂ ਹੁਣ ਇੱਕ ਦੁਆ ਦੇ ਵਿੱਚ ਗੱਲ ਕਰ ਰਿਹਾ ਸੀ ਕਿ ਖੁਦਾ ਹੀ ਜਾਣਦਾ ਹੈ ਲਿਖਤ ਵਿੱਚ ਕੀ ਲਿਖਿਆ ਹੈ। ਆਮੀਨ। ਤੁਹਾਨੂੰ ਪਤਾ ਹੈ ਪ੍ਰਭੂ ਨੂੰ ਮਹਿਮਾ ਮਿਲੇ, ਜਿਸ ਦਿਨ ਦੈਨੀਅਲ ਦੇ ਸਮੇਂ ਦੀ ਗੱਲ, ਬੈਲਸ਼ੇਸਰ ਰਾਜਾ ਬੈਠਿਆ ਹੋਇਆ ਸੀ। ਉਹਨਾਂ ਨੇ ਕੀ ਕੀਤਾ? ਇਹ ਖੁਦਾ ਦੇ ਮੰਦਰ ਦੇ ਭਾਂਡੇ ਲਏ ਤੇ ਉਹਦੇ ਵਿੱਚ ਸ਼ਰਾਬ ਪੀਤਾ, ਬੁੜੀਆਂ ਔਰਤਾਂ ਨੂੰ ਨਚਾਇਆ, ਇੱਕ ਪ੍ਰੋਗਰਾਮ ਸ਼ਰਾਬ ਪੀ ਰਹੇ ਸੀ, ਜਸ਼ਨ ਮਨਾ ਰਹੇ ਸੀ। ਹਾਲੇਲੂਇਆ। ਮਹਿਮਾ ਮਿਲੇ ਪ੍ਰਭੂ ਨੂੰ, ਜਸ਼ਨ ਮਨਾ ਰਹੇ ਸੀ। ਹਾਲੇਲੂਇਆ। ਪਰ ਉਸੇ ਵੇਲੇ ਖੁਦਾ ਦਾ ਕ੍ਰੋਧ ਭੜਕਿਆ, ਕੰਧ ਦੇ ਉੱਤੇ ਚੂਨਾ ਲਿਪੀ, ਕੰਧ ਦੇ ਉੱਤੇ ਇੱਕ ਹੱਥ ਨਿਕਲਿਆ, ਉੱਥੇ ਉਂਗਲ ਦੇ ਨਾਲ ਕੁਝ ਅੱਖਰ ਲਿਖੇ ਗਏ। ਹਾਲੇਲੂਇਆ ਹਾਲੇਲੂਇਆ। ਉਂਗਲ ਦੇ ਨਾਲ ਕੁਝ ਅੱਖਰ ਲਿਖ ਦਿੱਤੇ। ਹਾਲੇਲੂਇਆ। ਔਰ ਜਦੋਂ ਹੱਥ ਲੋਕਾਂ ਨੇ ਦੇਖਿਆ, ਉਹ ਅੱਗ ਦਾ ਹੱਥ ਸੀ, ਅੱਗ ਦੇ ਨਾਲ ਹੀ ਦੇਖਿਆ ਗਿਆ ਸੀ। ਹੁਣ ਉਹਨੇ ਦੇਖਿਆ, ਬੈਲਸ਼ੇਸਰ ਰਾਜਾ ਕਹਿੰਦਾ ਮੇਰੀਆਂ ਹੱਡੀਆਂ ਕੰਮ ਛੱਡ ਗਈਆਂ। ਆਮੀਨ। ਮੇਰਾ ਸਰੀਰ ਕੰਮ ਛੱਡ ਗਿਆ। ਜਿਹਦਾ ਹੱਥ ਆਇਆ, ਅਗਰ ਖੁਦਾ ਦੇ ਸਾਹਮਣੇ ਕੋਈ ਜਾਊਗਾ ਤੇ ਕੀ ਹੋਊਗਾ? ਹਾਲੇਲੂਇਆ। ਕਹਿੰਦਾ ਮੇਰੇ ਕੋਡੇ ਭਿੜਨ ਲੱਗੇ, ਖੜਨਾ ਉਹਦੀ ਜਾਨ ਖਤਮ ਹੋ ਗਈ। ਕਹਿੰਦਾ ਹੁਣ ਕੀ ਕਰਾਂ? ਕਹਿੰਦੇ ਕਿਹਾ ਵੀ, ਕਹਿੰਦਾ ਜਾਓ ਸ਼ਹਿਜ਼ਾਦਿਆਂ ਨੂੰ ਬੁਲਾਓ, ਜੋਤਸ਼ੀਆਂ ਨੂੰ ਬੁਲਾਓ। ਹਾਲੇਲੂਇਆ। ਕੋਈ ਇਸ ਕਿਤਾਬ ਅੱਖਰਾਂ ਨੂੰ ਪੜ੍ਹ ਸਕੇ ਤੇ ਦੱਸ ਸਕੇ। ਆਮੀਨ। ਉੱਥੇ ਲਿਖਿਆ ਮਤੇ ਤਕੇਲ ਉਫਰ ਸੀ, ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ। ਬਹੁਤ ਆਏ, ਉਹ ਕਹਿੰਦਾ ਮੈਂ ਅੱਧਾ ਰਾਜ ਤੱਕ ਦੇ ਦਿਆਂਗਾ ਅਗਰ ਕੋਈ ਇਸ ਚੀਜ਼ ਨੂੰ ਪੜ੍ਹੇ ਤੇ ਮੈਨੂੰ ਦੱਸੇ ਲਿਖਿਆ ਕੀ ਹੈ। ਹਾਲੇਲੂਇਆ। ਹਾਲੇਲੂਇਆ। ਫਿਰ ਕਿਹਨੇ ਗਿਆ? ਜਦ ਡੈਨੀਅਲ ਨੇ ਦੇਖਿਆ, ਡੈਨੀਅਲ ਨੇ ਕਿਹਾ ਕੋਈ ਗੱਲ ਨਹੀਂ, ਦੱਸ ਦਿਆਂਗੇ। ਉਹ ਖੁਦਾ ਅੱਗੇ ਗਿਆ, ਖੁਦਾ ਅੱਗੇ ਪ੍ਰਾਰਥਨਾ ਕੀਤੀ, ਪ੍ਰਭੂ ਦੇ ਨਾਲ ਇੱਕ ਹੋਇਆ ਤੇ ਖੁਦਾ ਨੇ, ਫਿਰ ਖੁਦਾ ਦੇ ਦੂਤ ਨੇ ਖੁਦਾ ਨੇ ਦੱਸਿਆ ਕਿ ਉਹਦਾ ਮਤਲਬ ਕੀ ਬਣਦਾ ਹੈ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ ਹਾਲੇਲੂਇਆ। ਮਹਿਮਾ ਮਿਲੇ ਜਿਸ ਵੇਲੇ ਯਸ਼ਾਇਆ ਦੀ ਪੋਥੀ, ਯਸ਼ਾਇਆ ਜਾਂ ਉਹਦਾ 53 ਅਧਿਆਏ ਇੱਕ ਖੋਜਿਆ ਸੀ, ਬਾਹਰ ਦਾ ਪਰਦੇਸੀ ਬੰਦਾ, ਉਹ ਪੜ੍ਹ ਰਿਹਾ ਸੀ ਪਰ ਉਹਨੇ ਸਮਝ ਨਹੀਂ ਆ ਰਹੀ ਕਿ ਕਿਹਦੇ ਲਈ ਲਿਖਿਆ ਹੈ। ਉਹ ਪੜ੍ਹ ਰਿਹਾ ਸੀ ਕਿ ਉਹਦਾ ਰੂਪ ਸਰੂਪ ਨਹੀਂ ਸੀ, ਉਹ ਸਾਡੇ ਪਾਪਾਂ ਲਈ ਮਾਰਿਆ ਗਿਆ, ਦਫਨਾਇਆ ਗਿਆ। ਹਾਲੇਲੂਇਆ। ਸਾਡੇ ਕਾਰਨ ਉਹਦੇ ਕੋੜੇ ਪਏ, ਉਹਦੇ ਕੋੜੇ ਖਾਣ ਅਸੀਂ ਚੰਗੇ ਹੋ ਗਏ। ਉਹ ਪੜ੍ਹ ਰਿਹਾ ਸੀ, ਪਰ ਫਿਲਿੱਪਸ ਨੂੰ ਖੁਦਾ ਦਾ ਆਤਮਾ ਕਹਿੰਦਾ ਜਾ ਰੱਥ ਨਾ ਜਾ ਮਿਲ। ਉਹਦੇ ਕੋਲੇ ਕੋਈ ਰੱਥ ਨਹੀਂ ਸੀ, ਬਾਈਬਲ ਤੇ ਲਿਖਿਆ ਨਹੀਂ ਸੀ ਉਹ ਰੱਥ ਸੀਗਾ। ਉਹ ਭੱਜਿਆ ਤੇ ਨਾਲ ਰੱਥ ਦੇ ਮਿਲ ਗਿਆ। ਉਹ ਕਹਿੰਦਾ ਵੀ ਜੋ ਤੁਸੀਂ ਪੜ੍ਹਦੇ ਹੋ ਸਮਝਦੇ ਵੀ ਹੋ?
ਅਗਰ ਪ੍ਰਕਾਸ਼ ਦੀ ਪੋਥੀ ਪੜੋਗੇ ਤਾਂ ਲਿਖਿਆ ਵੀ ਜੇ ਤੂੰ ਸੱਚ ਪੜ੍ਹਦਾ ਭਾਈ। ਤੂੰ ਸਮਝਦਾ ਵੀ ਆਮੀਨ। ਕਹਿੰਦਾ ਮੈਂ ਕਿਵੇਂ ਸਮਝਾਂ ਜਦ ਤੱਕ ਮੈਨੂੰ ਕੋਈ ਸਮਝਾਉਣ ਵਾਲਾ ਹੀ ਨਹੀਂ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ ਕਹਿੰਦਾ ਮੈਨੂੰ ਇਹ ਦੱਸ ਵੀ ਕਿਹਦੇ ਬਾਰੇ ਲਿਖ ਰਿਹਾ ਨਬੀ? ਆਪਣੇ ਬਾਰੇ ਲਿਖ ਰਿਹਾ ਹੈ। ਹਾਲੇਲੂਇਆ। ਆਪਣੇ ਬਾਰੇ ਲਿਖਿਆ ਜਾਂ ਕਿਸੇ ਹੋਰ ਬਾਰੇ? ਫਿਰ ਫਿਲਿੱਪਸ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਨੂੰ ਦੱਸਿਆ ਵੀ ਇਹ ਯਿਸੂ ਮਸੀਹ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਸਲੀਬ ਚੜਾ ਦਿੱਤਾ ਗਿਆ, ਉਹਦੇ ਕੋੜੇ ਮਾਰ ਦਿੱਤੇ ਗਏ, ਪਰ ਹੁਣ ਕਹਿੰਦਾ ਬਚਾ ਕਿਵੇਂ ਹੋਊਗਾ? ਹੁਣ ਬਚਾ ਹੋਣਾ ਹੈ, ਕਹਿੰਦਾ ਤੌਬਾ ਕਰੋ, ਬਪਤਿਸਮਾ ਲਓ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ। ਤੇ ਖੋਜੇ ਨੇ ਰਾਹ 'ਚ ਤੁਰੇ ਜਾਂਦੇ ਨੇ, ਰੱਥ ਖੜਾ ਹੈ, ਕਹਿੰਦਾ ਰੋਕ, ਕਹਿੰਦਾ ਆਹ ਪਾਣੀ ਖੜਾ ਹੈ, ਇੱਥੇ ਮੈਂ ਹਾਂ, ਇੱਥੇ ਤੂੰ ਹੈ, ਇੱਥੇ ਬਪਤਿਸਮਾ ਦੇ। ਕਹਿੰਦਾ ਹੁਣ ਕਿਹੜੀ ਚੀਜ਼ ਮੈਨੂੰ ਰੋਕ ਸਕਦੀ ਹੈ? ਆਮੀਨ। ਜਦ ਤੁਹਾਨੂੰ ਸਮਝ ਆ ਗਈ ਤੇ ਫਿਰ ਕਿਹੜੀ ਚੀਜ਼ ਰੋਕ ਸਕਦੀ ਹੈ? ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਫਿਰ ਕਹਿਣ ਦਾ ਮਤਲਬ ਇਹ ਹੈ ਕਿ ਖੁਦਾ ਹੀ ਪ੍ਰਕਾਸ਼ਨ ਦਿੰਦਾ ਹੈ। ਅਗਰ ਤੁਸੀਂ ਅੱਜ ਲਿਖਤਾਂ ਨੂੰ ਪੜ੍ਹ ਰਹੇ ਹੋ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੈ, ਹਾਲੇਲੂਇਆ, ਫਿਰ ਵੀ ਲੋਕ ਅੱਜ ਲੜ ਰਹੇ ਨੇ। ਹਾਲੇਲੂਇਆ। ਬੇਸ਼ੱਕ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਹੈ। ਬਾਈਬਲ ਦੇ ਵਿੱਚ ਬਹੁਤ ਜ਼ਿਆਦਾ ਵਾਰ ਮੈਂ ਪੜ੍ਹਿਆ ਲਿਖਿਆ ਹੈ ਕਿ ਆਪਣੀ ਹੀ ਸਮਝ ਉੱਤੇ ਐਤਬਾਰ ਨਾ ਕਰ। ਹਾਲੇਲੂਇਆ। ਖੁਦਾ ਹੀ ਕੋਈ ਭੇਜਦਾ ਹੈ ਤੁਹਾਡੇ ਲਈ ਜੋ ਲਿਖਤ ਨੂੰ ਖੋਲ ਦੇਵੇ। ਹਾਲੇਲੂਇਆ। ਮਹਿਮਾ ਮਿਲੇ। ਇਸ ਲਈ ਪ੍ਰਭੂ ਯਿਸੂ ਮਸੀਹ ਨੇ ਕਿਹਾ, ਕਹਿੰਦਾ ਮੈਂ ਵੀ ਤੈਨੂੰ ਆਖਦਾ ਕਿ ਤੂੰ ਪਤਰਸ ਹੈ। ਹਾਲੇਲੂਇਆ। ਇਹਦੇ ਉੱਤੇ ਮੈਂ ਆਪਣੀ ਕਲੀਸਿਆ ਖੜੀ ਕਰਾਂਗਾ। ਉਹ ਪਤਰਸ ਦੇ ਉੱਤੇ ਨਹੀਂ, ਉਸ ਪ੍ਰਕਾਸ਼ਨ ਦੇ ਉੱਤੇ ਜੋ ਉਹਦੇ ਕੋਲ ਉਤਰਿਆ ਵੀ ਤੂੰ ਜਿਉਂਦੇ ਪਰਮੇਸ਼ਰ ਦਾ ਪੁੱਤ ਮਸੀਹ ਹੈ। ਆਮੀਨ। ਪਤਰਸ ਦੇ ਉੱਤੇ ਕਲੀਸਿਆ ਖੜੀ ਕਰਨੀ ਹੁੰਦੀ ਤੇ ਪਤਰਸ 23 ਆਇਤ ਦੇ ਵਿੱਚ ਥੱਲੇ ਹੀ ਕਹਿ ਰਿਹਾ ਹੈ, ਕਹਿੰਦਾ ਪ੍ਰਭੂ ਮੈਂ ਤੈਨੂੰ ਜਾਣ ਨਹੀਂ ਦੇਣਾ। ਪ੍ਰਭੂ ਕਹਿੰਦਾ ਹੇ ਸ਼ੈਤਾਨ ਮੈਥੋਂ ਹਟ। ਆਮੀਨ। ਅਗਰ ਖੁਦਾ ਨੂੰ ਸ਼ੈਤਾਨ ਕਹਿ ਰਿਹਾ ਹੈ ਤੇ ਫਿਰ ਕਿਵੇਂ ਕਲੀਸਿਆ ਖੜੀ ਕਰ ਸਕਦਾ ਹੈ? ਹਾਲੇਲੂਇਆ। ਮੈਨੂੰ ਮਿਲੇ ਪ੍ਰਭੂ ਦਾ ਧੰਨ। ਇਹ ਹੈ ਰੈਵਲੇਸ਼ਨ, ਪ੍ਰਕਾਸ਼ਨ ਉਸੇ ਵੇਲੇ ਤੁਹਾਨੂੰ ਦਿੱਤਾ ਜਾਵੇ। ਇੱਕ ਗੁਪਤ ਹੈ, ਸ਼ੈਤਾਨ ਇਹਨੂੰ ਫੜ ਨਹੀਂ ਸਕਦਾ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਕਿਉਂਕਿ ਕੈਨ ਤੇ ਹਾਬਲ ਦੇ ਸਮੇਂ ਕੈਨ ਨੂੰ ਕੋਈ ਪਤਾ ਨਹੀਂ ਲੱਗਿਆ। ਅਗਰ ਕੋਈ ਕਿਤਾਬ ਹੁੰਦੀ, ਕੋਈ ਬਾਈਬਲ ਹੁੰਦੀ ਲਿਖੀ ਹੁੰਦੀ ਤੇ ਹੋ ਸਕਦਾ ਹੈ ਕੈਨ ਪੜ ਸਕਦਾ, ਪਰ ਇਹ ਪ੍ਰਕਾਸ਼ਨ ਹੈ ਜੋ ਉੱਪਰ ਆਉਂਦਾ ਹੈ। ਆਮੀਨ। ਕਿਉਂਕਿ ਉਸ ਪੋਥੀ ਨੂੰ ਯੂਹੰਨਾ ਨੂੰ ਕਿਹਾ ਗਿਆ ਤੂੰ ਖਾ ਲੈ, ਇਹ ਤੇਰੇ ਅੰਦਰ ਹੀ ਸਾਰਾ ਕੁਝ ਹੈ, ਇਹ ਗਾਜਾਂ ਤੇਰੇ ਅੰਦਰ ਹੀ ਪਈਆਂ ਨੇ। ਹਾਲੇਲੂਇਆ ਆਮੀਨ। ਹਾਲੇਲੂਇਆ ਹਾਲੇਲੂਇਆ। ਇਹ 7 ਬੋਰਾਂ ਦਾ ਭੇਦ ਤੇਰੇ ਅੰਦਰ ਹੀ ਪਿਆ ਹੈ। ਹਾਲੇਲੂਇਆ ਆਮੀਨ। ਹਾਲੇਲੂਇਆ ਹਾਲੇਲੂਇਆ। ਪਰ ਕਦ ਹੋਣਾ ਹੈ? ਜਦ ਤੁਸੀਂ ਖੁੱਲੀ ਹੋਈ ਪੋਥੀ ਨੂੰ ਦੂਧ ਦੇ ਤੋਂ ਲਾਓਗੇ ਔਰ ਉਹਨੂੰ ਖਾ ਜਾਓਗੇ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਕੌਣ ਅੱਜ ਖਾ ਰਿਹਾ ਹੈ? ਹਾਲੇਲੂਇਆ। ਕਿ ਤੁਸੀਂ ਬਾਈਬਲ ਪੜ੍ਹ ਰਹੇ ਹੋ, ਤੁਸੀਂ ਨਬੀ ਨੂੰ ਸੁਣ ਰਹੇ ਹੋ। ਹਾਲੇਲੂਇਆ ਹਾਲੇਲੂਇਆ। ਤੁਸੀਂ ਨਬੀ ਦੇ ਮੈਸੇਜ ਪੜ੍ਹ ਰਹੇ ਹੋ। ਹਾਲੇਲੂਇਆ ਹਾਲੇਲੂਇਆ। ਅਗਰ ਤੁਸੀਂ ਨਬੀ ਦੇ ਨਾਲ ਜੁੜੇ ਹੋਏ ਹੋ, ਵਚਨ ਦੇ ਨਾਲ, ਬਾਈਬਲ ਦੇ ਨਾਲ ਜੁੜੇ ਹੋਏ ਹੋ, ਹਾਲੇਲੂਇਆ, ਤੇ ਉਹ ਸਭ ਕੁਝ ਤੁਹਾਡੇ ਅੰਦਰ ਹੀ ਹੈ। ਹਾਲੇਲੂਇਆ ਆਮੀਨ। ਇੱਕ ਮੈਂ ਇਹ ਕੋਡ ਪੜਾਂਗਾ। ਹਾਲੇਲੂਇਆ ਹਾਲੇਲੂਇਆ। ਹੋ ਸਕਦਾ ਹੈ ਇਹਦੇ ਨਾਲ ਉਹ ਮੈਚ ਨਾ ਹੋਵੇ, ਪਰ ਮੈਂ ਸਵੇਰ ਪੜ੍ਹ ਰਿਹਾ, ਮੈਨੂੰ ਬਹੁਤ ਵਧੀਆ ਲੱਗਿਆ। ਹਾਲੇਲੂਇਆ ਹਾਲੇਲੂਇਆ। ਤੁਹਾਨੂੰ ਉਸ ਦੇ ਲਈ ਆਨੰਦ ਹੋਵੇਗਾ। ਹਾਲੇਲੂਇਆ हालेलुया। हालेलुया लिखा है। अब अंत में आपको ये बताना चाहूंगा कि 7 मोहरें, 7 गर्जन के शब्द, 7 विपत्तियां, 7 कटोरे, सूरज में स्त्री, शैतान या लाल अजगर का बाहर निकलना, ये सभी कुछ घोर पीड़ाओं, क्लेश के समय के दौरान होता है। ये सब चीजें क्लेश के समय में आउणगियां। हालेलुया। कदों हो रही ने? ਜਦੋਂ ਕਲੇਸ਼ ਹੈ। ਹਾਲੇਲੂਇਆ। ਜਦੋਂ ਧਰਤੀ ਉੱਤੇ ਮਹਾ ਕਲੇਸ਼ ਹੈ। ਆਮੀਨ। हालेलुया हालेलुया। क्लेश के समय, हालेलुया, क्लेश के समय में दौरान होता है। आप इसे भूलेगा नहीं, ये सभी इसी दौरान होता है। परंतु ये उसके आगमन का 6 मुख्य उद्देश्य है। क्या आप इसका विश्वास करते हैं? और जो प्रेम परमेश्वर से प्रेम करते हैं उनके लिए कितना महिमामय समय आना बाकी है। कितना नहीं महिमामय समय आ रहे हैं ਜਿਹੜੇ ਪਰਮੇਸ਼ਰ ਨੂੰ ਪਿਆਰ ਕਰਦੇ ਨੇ। ਹਾਲੇਲੂਇਆ ਹਾਲੇਲੂਇਆ। ਇਹੀ ਆਪਾਂ ਉੱਥੇ ਪੜਿਆ ਕਿ ਸਵਰਗ ਦੇ ਉੱਤੇ ਰਹਿਣ ਵਾਲੇ ਤੁਸੀਂ ਆਨੰਦ ਕਰੋ, ਪਰ ਜੋ ਧਰਤੀ ਉੱਤੇ ਰਹਿ ਰਹੇ ਨੇ, ਹਾਲੇਲੂਇਆ, ਹੁਣ ਸਵਰਗ ਦਾ ਰਾਜ ਕਿੱਥੇ? ਪਹਿਲਾਂ ਮੈਨੂੰ ਇਹ ਦੱਸੋ। ਯਿਸੂ ਜੀ ਨੇ ਕਿਹਾ ਕਿ ਸਵਰਗ ਦਾ ਰਾਜ ਤੁਹਾਡੇ ਅੰਦਰ ਹੈ। ਹਾਲੇਲੂਇਆ ਹਾਲੇਲੂਇਆ। ਕਹਿੰਦਾ ਜਿਹੜੇ ਸਵਰਗ ਦੇ ਵਿੱਚ ਰਹਿਣ ਵਾਲੇ ਨੇ ਉਹ ਆਨੰਦ ਕਰਨ, ਪਰ ਜੇ ਧਰਤੀ ਉੱਤੇ ਨੇ, ਕਹਿੰਦਾ ਤੁਹਾਡੇ ਤੇ ਹਾਏ, ਸਮੁੰਦਰ ਉੱਤੇ ਹਾਏ। ਕਿਉਂ? ਕਿਉਂਕਿ ਸ਼ੈਤਾਨ ਕਹਿੰਦਾ ਵੱਡੇ ਕ੍ਰੋਧ ਨਾਲ ਤੁਹਾਡੇ ਇੱਥੇ ਡੇਗਿਆ ਗਿਆ ਹੈ। ਆਮੀਨ ਹਾਲੇਲੂਇਆ। ਵੱਡੇ ਕ੍ਰੋਧ ਨਾਲ ਧਰਤੀ ਉੱਤੇ ਡੇਗਿਆ ਗਿਆ ਹੈ, ਉਹ ਪਾੜ ਖਾਣ ਦੇ ਲਈ। ਹਾਲੇਲੂਇਆ। ਪਰ ਖੁਦਾ ਦੇ ਲੋਕ ਕਿਹੜੀ ਚੀਜ਼ ਨਾਲ ਉਹਦੇ ਤੇ ਜਿੱਤ ਪਾਉਂਦੇ ਨੇ, ਬਲਵੰਤ ਹੁੰਦੇ ਨੇ? ਕਿਹੜੀ ਚੀਜ਼ ਨਾਲ? ਯਿਸੂ ਮਸੀਹ ਦੇ ਲਹੂ ਦੇ। ਆਮੀਨ ਹਾਲੇਲੂਇਆ। ਅੱਜ ਤੁਸੀਂ ਆਪਣੀ ਗਵਾਹੀ ਦੇਣੀ। ਹਾਲੇਲੂਇਆ। ਆਪਣੀ ਟੈਸਟਮਨੀ ਦੇ ਨਾਲ ਆਪਣੀ ਗਵਾਹੀ ਦੇ ਸਕਦੇ, ਆਪਣੇ ਜੀਵਨ ਦੀ ਇੱਕ ਗਵਾਹੀ ਬਣਾ ਕੇ ਰੱਖੋ। ਇਹ ਨਾ ਹੋਵੇ, ਹਾਲੇਲੂਇਆ, ਇਹ ਨਾ ਹੋਵੇ ਦੇਖਣ ਵਾਲਾ ਤੁਹਾਡੇ 'ਚ ਕੋਈ ਪੂਜ ਲਾ ਸਕੇ, ਤੁਹਾਡੇ 'ਚ ਕੋਈ ਦੋਸ਼ ਪਾ ਸਕੇ ਵੀ ਇਹ ਫਲਾਨਾ ਬੰਦਾ ਇਹ ਆਪਣੇ ਆਪ ਨੂੰ ਯਿਸੂ ਮਸੀਹ ਵਾਲਾ ਕਹਾਉਂਦਾ ਹੈ, ਇਹ ਗੱਲਾਂ ਕਰਦਾ ਹੈ, ਮੈਂ ਵੇਖਿਆ ਹੈ। ਹਾਲੇਲੂਇਆ। ਤੁਹਾਡੀ ਆਪਣੀ ਗਵਾਹੀ
ਗਵਾਹੀ ਤਦੇ ਦਮਦਾਰ ਹੋਵੇਗੀ ਅਗਰ ਤੁਹਾਡਾ ਜੀਵਨ ਦਮਦਾਰ ਹੋਵੇਗਾ। ਹਾਲੇਲੂਇਆ 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 ਹਾਲੇਲੂਇਆ। ਇਹ ਆਪਣੇ ਜੀਵਨ ਨੂੰ, ਆਪਣੀ ਗਵਾਹੀ ਨੂੰ ਸਟਰੋਂਗ ਰੱਖੋ ਔਰ ਯਿਸੂ ਮਸੀਹ ਦੇ ਲਹੂ ਥੱਲੇ ਰਹੋ। ਹਾਲੇਲੂਇਆ ਹਾਲੇਲੂਇਆ। ਕਿਹੜੀ ਚੀਜ਼ ਨਾਲ ਜਿੱਤ ਪਾਉਣੇ ਅਸੀਂ? ਇੱਥੇ ਲਿਖਿਆ ਜਿਹੜੀ ਚੀਜ਼ ਦਾ पढ़ जा रहे हैं कि वह जो परमेश्वर से प्रेम करते हैं उनके लिए कितना महिमामय समय आना बाकी है। दोस्तों मैं आपको बताता हूँ, हम इसे गवा देने की मूर्खता नहीं कर सकते। आप कुछ भी क्यों ना करते हो परंतु इसे ना गवाएं, उसके प्रति सुनिश्चित हो जाएं। हालेलुया ਹਾਲੇਲੂਇਆ ਇਹਨੂੰ ਗਵਾਣਾ ਦੇਣਾ, ਇਹਨੂੰ ਹਾਲੇਲੂਇਆ ਇਹਦੇ ਲਈ ਸੁਨਿਸ਼ਚਿਤ ਰਹੋ। हालेलुया हालेलुया। क्योंकि कलीसिया में एक एकीकरण होगा, अंत बांस में एक एकीकृत हो जाएगी। इसे लिखा है, जो मैं पढ़ना चाहूँगा मैं नहीं पढ़ांगा। हालेलुया बहुत लंबा है, परंतु हम तो यहोवा परमात्मा वाला वचन जानते हैं कि हम कहाँ पर खड़े हुए हैं। सच्ची छोटी कलीसिया सर्वदा ही अल्पमत में रही है। नबी कहता सच्ची छोटी कलीसिया हमेशा किथे रही है? गुप्त दे विच। ਆਮੀਨ हालेलुया अल्पमत विच, गुप्त विच रही है। अगर तुसीं कहो कि ਵੱਡੀਆਂ ਕਲੀਸਿਆਵਾਂ ਬਹੁਤ ਲੋਕ ਵੱਡੀਆਂ ਸੰਗਤਾਂ ਦੇ ਵਿੱਚ, ਹਾਲੇਲੂਇਆ ਨਹੀਂ, ਪਰ ਖੁਦਾ ਦੀ ਸੱਚੀ ਕਲੀਸਿਆ ਗੁਪਤ ਵਿੱਚ ਰਹੀ ਹੈ, ਹਮੇਸ਼ਾ ਹੀ ਗੁਪਤ ਰਹੀ ਹੈ। ਹਾਲੇਲੂਇਆ ਯੁੱਗਾਂ ਤੋਂ ਗੁਪਤ ਰਹੀ ਹੈ। ਹਾਲੇਲੂਇਆ ਕਿਉਂਕਿ ਖੁਦਾ ਜਾਣਦਾ ਹੈ ਕਿ ਕਲੀਸਿਆ ਨੂੰ ਕਿਵੇਂ ਸਹੀ ਰੱਖਣਾ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਮਹਿਮਾ ਮੇਰੀ ਪ੍ਰਭੂ ਦਾ ਧੰਨਵਾਦ, ਯਿਸੂ ਮਸੀਹ ਨੂੰ ਵਡਿਆਈ ਮਿਲੇ। ਹਾਲੇਲੂਇਆ ਹਾਲੇਲੂਇਆ। ਹੁਣ ਮੈਂ ਥੋੜਾ ਹੀ ਸਮਾਂ ਲਵਾਂਗਾ। ਹਾਲੇਲੂਇਆ ਗੱਲ ਨੂੰ ਕਿਸੇ ਨੂੰ ਮਿਸ ਨਾ ਕਰਿਓ। ਹਾਲੇਲੂਇਆ ਹਾਲੇਲੂਇਆ। ਪ੍ਰਭੂ ਨੂੰ ਵਡਿਆਈ ਮਿਲੇ। ਸਾਡੇ ਸਮੇਂ ਦੇ ਵਿੱਚ ਏਲੀ ਆਇਆ ਹੈ। ਕਿੰਨੇ ਵਿਸ਼ਵਾਸ ਕਰਦੇ ਨੇ? ਹਾਲੇਲੂਇਆ ਸਾਡੇ ਸਮੇਂ ਦੇ ਵਿੱਚ ਏਲੀ ਆਇਆ ਹੈ। ਹਾਲੇਲੂਇਆ। ਉਹ ਏਲੀਆ ਕੌਣ ਹੈ? ਭਾਈ ਵਿਲੀਅਮ ਮੈਰੀਅਨ ਬ੍ਰਾਨਮ। ਆਮੀਨ। ਪਰ ਅਗਰ ਤੁਸੀਂ ਏਲੀਆ ਨੂੰ ਜਾਣਨਾ ਚਾਹੁੰਦੇ ਹੋ, ਹਾਲੇਲੂਇਆ, ਏਲੀਆ ਦੇ ਨਾਲ ਇੱਕ ਕਹਾਣੀ ਜੁੜੀ ਹੋਈ ਹੈ। ਜਦੋਂ ਏਲੀਆ ਆਉਂਦਾ ਹੈ ਤੇ ਨਾਲ ਇਜ਼ਾਬੈਲ ਵੀ ਆਉਂਦੀ ਹੈ। ਆਮੀਨ ਹਾਲੇਲੂਇਆ ਹਾਲੇਲੂਇਆ। ਇਜ਼ਾਬੈਲ ਕੌਣ ਹੈ? ਇਹ ਬਾਲਾਂ ਨੂੰ ਬੁੱਲਾਂ ਨੂੰ ਰੰਗਣ ਵਾਲੀ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਹ ਛੋਟੇ ਕੱਪੜੇ ਪਾਉਣ ਵਾਲੀ ਹੈ। ਹਾਲੇਲੂਇਆ ਇਹਨੇ ਸ਼ਰਮ ਨੂੰ ਲਾ ਕੇ ਰੱਖ ਦਿੱਤਾ ਹੈ। ਹਾਲੇਲੂਇਆ ਆਮੀਨ ਅਰੇ ਬਾਲ ਦੀ ਪੁਜਾਰਨ ਹੈ। ਆਮੀਨ ਬਾਲ ਨੂੰ ਸਮਝਦੇ ਹੋ? ਹਾਲੇਲੂਇਆ ਇਹ ਸ਼ੈਤਾਨ ਦੀ ਪੁਜਾਰਨ ਹੈ। ਹਾਲੇਲੂਇਆ ਹਾਲੇਲੂਇਆ। ਉਹ ਮਹਿਮਾ ਮਿਲੇ ਪ੍ਰਭੂ ਦਾ ਧੰਨਵਾਦ। ਆਓ ਅਸੀਂ ਸਾਡੇ ਪੁਰਾਣੇ ਯੁੱਗ ਦੇ ਏਲੀਆ ਨੂੰ ਜਾਣਦੇ ਹਾਂ, ਉਸ ਤੋਂ ਅਸੀਂ ਨਵੇਂ ਯੁੱਗ ਦੇ ਏਲੀਆ ਨੂੰ ਜਾਣਾਂਗੇ। ਅਸੀਂ ਪੜ੍ਹਦੇ ਹਾਂ ਪਹਿਲਾ ਰਾਜਾ ਉਹਦੀ 16 ਉਹਦੀ 30 ਐਤ ਤੋਂ। ਪਹਿਲਾ ਰਾਜਾ ਫਸਟ ਕਿੰਗਸ 16 ਚੈਪਟਰ 31 16 ਉਹਦਾ ਕੀ ਪੜ੍ਹਦੇ ਹਾਂ ਭਾਈ ਜੀ ਨਾਲ। ਅਤੇ ਆਮਰੀ ਦੇ ਪੁੱਤਰ ਆਹਾਬ ਨੇ ਯਹੋਵਾ ਦੇ ਵੇਖਣ ਵਿੱਚ ਆਪਣੇ ਸਾਰੇ ਅਗਲਿਆਂ ਨਾਲੋਂ ਵਧੇਕ ਵਧੀ ਕੀਤੀ। ਹਾਲੇਲੂਇਆ। ਇੱਥੇ ਖੁਦਾ ਨੂੰ ਮਹਿਮਾ ਮਿਲੇ। ਹਾਲੇਲੂਇਆ। ਇਜ਼ਰਾਈਲ ਦੇ ਜੋ ਰਾਜੇ ਹੋ ਰਹੇ ਸੀ, ਰਾਜੇ, ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਪਾਪ ਕਹਿੰਦਾ ਕਿਹਨੇ ਕੀਤਾ? ਆਹਾਬ ਨੇ। ਅਮਰੀ ਦੇ ਪੁੱਤਰ ਆਹਾਬ ਨੇ। ਹੁਣ ਇਹਨੇ ਸਭ ਤੋਂ ਵੱਡਾ ਪਾਪ ਕੀ ਕੀਤਾ? ਹਾਲੇਲੂਇਆ। ਇੱਕ ਅਵਸਥਾ ਦੇ ਵਿੱਚ ਕਾਨੂੰਨ ਹੈ ਕਿ ਤੂੰ ਆਪਣੇ ਕੁਨਬੇ ਵਿੱਚੋਂ ਹੀ ਕੁੜੀ ਨੂੰ ਲੈ ਸਕਦਾ। ਅਗਰ ਤੂੰ ਆਪਣਾ ਵਿਆਹ ਕਰਾਉਣਾ ਹੈ ਤੇ ਉਹ ਜਿਹੜੀ ਇਸਤਰੀ ਹੈ ਉਹ ਤੇਰੇ ਆਪਣੇ ਵੰਸ਼ ਵਿੱਚੋਂ, ਤੇਰੇ ਆਪਣੇ ਕੁਨਬੇ ਵਿੱਚੋਂ ਹੋਵੇ। ਹਾਲੇਲੂਇਆ ਹਾਲੇਲੂਇਆ। ਮਹਿਮਾ ਮਿਲੇ। ਜਿਵੇਂ ਇਹ ਕਹਿੰਦੇ ਹਾਂ ਕਿ ਅਸੀਂ ਆਪਣੀ ਜਾਤ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ, ਚਲੋ ਦੁਨਿਆਵੀ ਗੱਲਾਂ ਨੇ, ਪਰ ਇੱਥੇ ਹੈ ਕਿ ਆਪਣੇ ਵੰਸ਼ ਦੇ ਵਿੱਚੋਂ ਹੀ ਲੈ ਸਕਦੇ ਹਾਂ। ਅਗਰ ਇਸ ਲਈ ਭਾਈ ਨਬੀ ਕਹਿੰਦਾ ਹੈ ਕਿ ਅਗਰ ਕੋਈ ਮਸੀਹ ਭੈਣ ਦੇ ਨਾਲ ਹੀ ਵਿਆਹ ਕਰਾਉਂਦਾ ਹੈ ਤੇ ਵਧੀਆ ਹੈ, ਅਗਰ ਕੋਈ ਮਸੀਹ ਤੋਂ ਬਾਹਰ ਜਾਂਦਾ ਹੈ ਤਾਂ ਇੱਕ ਪਸ਼ੂ ਨਾਲ ਵਿਆਹ ਕਰਵਾ ਰਿਹਾ ਹੈ। ਹਾਲੇਲੂਇਆ ਹਾਲੇਲੂਇਆ। ਇਹ ਲਈ ਖੁਦਾ ਨੇ ਤੇ ਦੂਜੇ ਰਾਜਿਆਂ ਦੇ ਨਾਲੋਂ ਵੱਧ ਪਾਪ ਕਿਹਨੂੰ ਕਿਹਾ? ਆਹਾਬ ਨੂੰ। ਕਹਿੰਦਾ ਆਹਾਬ ਨੇ ਸਾਰੇ ਰਾਜਿਆਂ ਨਾਲੋਂ ਵੱਧ ਪਾਪ ਕੀਤਾ। ਉਹਨੇ ਕੀ ਪਾਪ ਕੀਤਾ? ਕਿ ਉਹਨੇ ਹਾਲੇਲੂਇਆ ਪਰਾਈਆਂ ਕੌਮਾਂ ਦੇ ਵਿੱਚੋਂ, ਪੜੋ ਭਾਈ। ਤਾਂ ਐਂ ਹੋਇਆ ਕਿ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਵਿੱਚ ਚੱਲਣਾ ਹਲਕੀ ਜਿਹੀ ਗੱਲ ਜਾਣ ਕੇ ਉਹਨੇ ਸੁਦੋਨੀਆਂ ਦੇ ਰਾਜਾ ਅਥਬੁਆਲ ਦੀ ਧੀ ਈਜ਼ਬਲ ਨੂੰ ਵਿਆਹ ਲਿਆ ਅਤੇ ਜਾ ਕੇ ਬੁਆਲ ਦੀ ਪੂਜਾ ਕੀਤੀ ਅਤੇ ਉਸ ਅੱਗੇ ਮੱਥਾ ਟੇਕਿਆ। ਹਾਲੇਲੂਇਆ। ਹੁਣ ਇਹਨੇ ਕੀ ਗਲਤੀ ਕੀਤੀ? ਖੁਦਾ ਕਹਿੰਦਾ ਉਹਨੇ ਸਾਰੇ ਰਾਜਿਆਂ ਤੋਂ ਵੱਧ ਗਲਤੀ ਕੀਤੀ। ਹਾਲੇਲੂਇਆ 16:30। ਉਹਨੇ ਸਾਰਿਆਂ ਤੋਂ ਵੱਧ ਗਲਤੀ ਕੀ ਕੀਤੀ? ਉਹਨੇ ਸਿਦੋਨੀਆਂ ਦੀ ਧੀ ਨਾਲ ਵਿਆਹ ਕਰਾਇਆ। ਹਾਲੇਲੂਇਆ। ਕਿ ਹੋਰ ਜਾਤ ਦੀ ਨਾਲ। ਨੰਬਰ 2, ਚਲੋ ਬਾਹਰ ਕਰਵਾ ਵੀ ਲਿਆ, ਪਰ ਉਹ ਬਾਲ ਦੀ ਪੁਜਾਰਨ ਹੈ, ਸ਼ੈਤਾਨ ਦੀ ਪੁਜਾਰਨ ਆ।
ਉਹਨੇ ਕੀ ਕੀਤਾ, ਅਹਾਬ ਦੇ ਘਰ ਵਿੱਚ ਆਉਂਦਿਆਂ ਹੀ ਸਾਰਾ ਕੁਝ ਬਦਲਦਾ। ਉਹਨੇ ਕਿਹਾ ਕਿ ਮੈਨੂੰ ਇਹ ਤੇਰਾ ਗੁਰੂ ਪਸੰਦ ਨਹੀਂ ਹੈ, ਮੈਨੂੰ ਇਹ ਬਾਈਬਲ ਤੇਰੀ ਚੰਗੀ ਨਹੀਂ ਹੈ, ਤੂੰ ਇਹਨੂੰ ਸਾਈਡ ਤੇ ਰੱਖ, ਇੱਥੇ ਮੈਂ ਆਪਦੇ ਫਲਾਨੀ ਮਾਤਾ ਦੀ ਫਲਾਨੇ ਬਾਬੇ ਦੀ ਹਾਲੇਲੂਇਆ ਮੂਰਤੀ ਬਣਾਉਣੀ ਹੈ। ਹਾਲੇਲੂਇਆ ਹਾਲੇਲੂਇਆ ਮੂਰਤੀ ਬਣਾਈ। ਉਹਨੇ ਖੁਦਾ ਦੇ ਜਿਹੜੇ ਸੇਵਕ ਰਾਜੇ ਦੇ ਸੇਵ ਉੱਥੋਂ ਖਾਂਦੇ ਸੀ ਉਹਨਾਂ ਨੂੰ ਕੱਢ ਦਿੱਤਾ। ਉਹਨੇ 450 ਨਬੀ ਆਪਣੇ ਸ਼ੈਤਾਨ ਦੇ ਲਿਆ ਕੇ ਬਾੜਤੇ। ਹਾਲੇਲੂਇਆ। ਖੁਦਾ ਨੇ ਕਿਹਾ ਸਭ ਤੋਂ ਵੱਡਾ ਪਾਪ ਅਹਾਬ ਨੇ ਗਲਤੀ ਕੀਤੀ ਸਾਰੇ ਰਾਜਿਆਂ ਨਾਲੋਂ ਵੱਧ ਕਿ ਉਹਨੇ ਸਦੋਨੀਆ ਦੀ ਧੀ ਨਾਲ ਵਿਆਹ ਕਰਾਇਆ, ਇਜ਼ਾਬੈਲ ਨਾਲ। ਹਾਲੇਲੂਇਆ। ਉਹਨੇ ਇਜ਼ਾਬੈਲ ਕੀ ਹੈ, ਇਜ਼ਾਬੈਲ ਨੇ ਸਾਰਾ ਕੁਛ ਹੀ ਘਸਮਾਣ ਪਾ ਦਿੱਤਾ ਹੈ। ਹਾਲੇਲੂਇਆ। ਪਰ ਇਜ਼ਾਬੈਲ ਦੇ ਲਈ ਕੋਈ ਤੇ ਹੈ ਜੋ ਉਹਦੇ ਪਾਪ ਨੂੰ ਖਤਮ ਕਰ ਲਈ ਜਾਵੇ। ਖੁਦਾ ਨੇ ਸੀਨ ਤੇ ਭੇਜਿਆ ਹੈ ਏਲੀਆ ਨਬੀ ਨੂੰ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਮਿਲੇ ਉਸ ਵੇਲੇ ਕੀ ਗੱਲ ਹੋਈ ਕਿ ਜਦ ਏਲੀਆ ਆਇਆ, ਏਲੀਆ ਨੇ ਕਿਹਾ ਹਾਲੇਲੂਇਆ ਕਿ ਜਿਹੜੇ ਮੂੰਹ ਦਾ ਤੂੰ ਮਾਣ ਕਰਦੀ ਹੈ, ਹਾਲੇਲੂਇਆ, ਇਹ ਲਿਪਸਟਿਕ ਲਾਉਂਦੀ ਹੈ, ਇਸ ਰੰਗ ਰੋਗਨ ਲਗਾਉਂਦੀ ਹੈ ਕਿ ਤੇਰਾ ਲਹੂ ਕੁੱਤੇ ਚੱਟਣਗੇ। ਆਮੀਨ ਹਾਲੇਲੂਇਆ। ਏਲੀਆ ਦੇ ਕਾਰਨ ਨਿਆਂ ਧਰਤੀ ਤੇ ਆਇਆ ਤੇ 3.5 ਸਾਲ ਧਰਤੀ ਦੇ ਉੱਤੇ ਬੂੰਦ ਮੀਂਹ ਦਾ ਛੱਡੋ ਤੇਲ ਵੀ ਨਹੀਂ ਪਈ। ਹਾਲੇਲੂਇਆ। ਇੰਨਾ ਭਾਰੀ ਕਾਲ ਹੋ ਗਿਆ ਕਿ ਹਾਲੇਲੂਇਆ ਹਾਲੇਲੂਇਆ ਮਹਿਮਾ ਮਿਲੇ ਪ੍ਰਭੂ ਦਾ ਧੰਨਵਾਦ। ਲੋਕ ਰੋਟੀ ਨੂੰ ਮੁਹਤਾਜ ਹੋ ਗਏ। ਇਜ਼ਾਬੈਲ ਦੇ ਕਾਰਨ ਹੀ ਹਾਲੇਲੂਇਆ ਸਾਰੀ ਧਰਤੀ ਉੱਤੇ ਨਿਆਂ ਆ ਗਿਆ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਤਾਂ ਪ੍ਰਭੂ ਦਾ ਧੰਨਵਾਦ। ਆਂਦੇ ਵਿੱਚ ਕੀ ਹੋਇਆ ਕਿ ਕਿਸੇ ਰਾਜੇ ਨੇ ਉਥੇ ਰਾਜਾ ਸੀ ਯਹੋਸ਼ਾਫਾਟ, ਅਹਾਬ ਮਰ ਗਿਆ। ਅਹਾਬ ਤੋਂ ਬਾਅਦ ਯਹੋਸ਼ਾਫਾਟ ਰਾਜੇ ਨੇ ਇਜ਼ਾਬੈਲ ਨੂੰ ਚੁਬਾਰੇ ਦੇ ਉੱਤੋਂ ਥੱਲੇ ਸੁੱਟ ਦਿੱਤਾ। ਉਹ ਡਿੱਗਿਆ ਤੇ ਉਹਦਾ ਲਹੂ ਕੁੱਤੇ ਚੱਟ ਰਹੇ ਸੀ। ਹਾਲੇਲੂਇਆ। ਇਜ਼ਾਬੈਲ ਖਤਮ ਹੋ ਗਈ। ਪਰ ਬਾਈਬਲ ਦੇ ਵਿੱਚ ਇੱਕ ਗੱਲ ਲਿਖੀ ਹੈ, ਨਬੀ ਕਹਿੰਦਾ ਖੁਦਾ ਕੀ ਕਰਦਾ ਹੈ, ਪਾਤਰ ਨੂੰ ਲੈ ਲੈਂਦਾ ਹੈ ਪਰ ਆਤਮਾ ਉੱਥੇ ਰਹਿ ਜਾਂਦਾ ਹੈ। ਆਮੀਨ ਹਾਲੇਲੂਇਆ ਹਾਲੇਲੂਇਆ। ਇਜ਼ਾਬੈਲ ਸੀਨ ਤੋਂ ਲੈ ਲਈ ਗਈ ਹੈ ਪਰ ਇੱਥੇ ਇਜ਼ਾਬੈਲ ਰਹਿ ਗਈ ਹੈ, ਆਤਮਿਕ ਇਜ਼ਾਬੈਲ। ਹਾਲੇਲੂਇਆ। ਹੁਣ ਇਹ ਆਤਮਾ ਕਦੇ ਮਰਦੀ ਨਹੀਂ ਹੁੰਦੀ ਹੈ। ਹਾਲੇਲੂਇਆ। ਹੁਣ ਦੂਸਰੀ ਵਾਰ ਜਦ ਏਲੀਆ ਆਉਂਦਾ ਫਿਰ ਇਜ਼ਾਬੈਲ ਬਰਾਬਰ ਆ ਜਾਂਦੀ ਹੈ। ਹਾਲੇਲੂਇਆ ਹਾਲੇਲੂਇਆ। ਦੂਸਰੀ ਵਾਰ ਕਦੋਂ ਆਈ ਹੈ, ਜਦ ਯੂਹੰਨਾ ਬਪਤਿਸਮਾ ਦੇਣ ਵਾਲੇ ਵਿੱਚ ਏਲੀਆ ਆਇਆ, ਉੱਥੇ ਫਿਰ ਇਜ਼ਾਬੈਲ ਆ ਗਈ। ਉਹ ਇਜ਼ਾਬੈਲ ਕਿਹਦੇ ਵਿੱਚ ਆ ਗਈ, ਹੈਰੋਦੀਆਂ ਦੇ ਵਿੱਚ। ਹੈਰੋਦੇਸ ਦੇ ਰਾਜਾ ਉਹਦੀ ਹਾਲੇਲੂਇਆ ਹਾਲੇਲੂਇਆ ਉੱਥੇ ਜਿਹੜੀ ਉਹਦੀ ਰਾਣੀ ਸੀ ਹੈਰੋਦੀਆ, ਉਹਨੂੰ ਕਿਹਾ ਗਿਆ ਵੀ ਤੂੰ ਉਹਦਾ ਆਪਦਾ ਘਰ ਵਾਲਾ ਛੱਡ ਕੇ ਉਹਨੇ ਦੂਜੇ ਦੇ ਘਰ ਜਾ ਕੇ ਰਹਿਣ ਲੱਗ ਗਈ। ਹਾਲੇਲੂਇਆ ਹਾਲੇਲੂਇਆ। ਜਦੋਂ ਯੂਹੰਨਾ ਬਪਤਿਸਮਾ ਆਇਆ ਉਹਨੇ ਕਿਹਾ ਵੀ ਤੂੰ ਆਪਣੇ ਭਾਈ ਦੀ ਔਰਤ ਨੂੰ ਰੱਖ ਨਹੀਂ ਸਕਦਾ ਹੈ। ਹਾਲੇਲੂਇਆ। ਇਜ਼ਾਬੈਲ ਇਸ ਚੀਜ਼ ਤੋਂ ਨਫ਼ਰਤ ਕਰਦੀ ਕਿ ਉਹਨੂੰ ਕੋਈ ਰੋਕਿਆ ਜਾਵੇ। ਆਮੀਨ। ਉਹਨੇ ਕੀ ਕੀਤਾ, ਉਹਨੇ ਗਲ ਬਣਵਾ ਦਿੱਤਾ ਗਿਆ ਕਿਹਦਾ, ਯੂਹੰਨਾ ਬਪਤਿਸਮਾ ਦੇਣ ਵਾਲੇ ਦਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸਾਡੇ ਸਮੇਂ ਯੁੱਗ ਦੇ ਸਮੇਂ ਦੇ ਵਿੱਚ ਵੀ ਏਲੀਆ ਆਇਆ ਹੈ। ਆਮੀਨ। ਅਗਰ ਜੇ ਏਲੀਆ ਆਇਆ ਹੈ ਤੇ ਇਜ਼ਾਬੈਲ ਵੀ ਆਉਣੀ ਚਾਹੀਦੀ ਹੈ। ਆਮੀਨ। ਤੇ ਭਾਲੋ ਇਜ਼ਾਬੈਲ ਕਿੱਥੇ ਹੈ। ਹਾਲੇਲੂਇਆ 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 ਹਾਲੇਲੂਇਆ। ਆਤਮਾ ਕਦੇ ਮਰਦਾ ਨਹੀਂ ਹੈ। ਹਾਲੇਲੂਇਆ। ਆਮੀਨ। ਉਹ ਚੱਲਣ ਕਰਦਾ ਰਹਿੰਦਾ ਹੈ। ਹਾਲੇਲੂਇਆ ਹਾਲੇਲੂਇਆ। ਅਗਰ ਏਲੀਆ ਦਾ ਆਤਮਾ ਚੱਲਣ ਕਰ ਰਿਹਾ ਨਬੀ ਦੇ ਉੱਤੋਂ ਤੇ ਖੁਦਾ ਦਾ ਆਤਮਾ, ਹਾਲੇਲੂਇਆ, ਤੇ ਫਿਰ ਇਜ਼ਾਬੈਲ ਦਾ ਆਤਮਾ ਵੀ ਇੱਥੇ ਹੈ। ਹਾਲੇਲੂਇਆ ਹਾਲੇਲੂਇਆ। ਉਹ ਕਿੱਥੇ ਜਾ ਬੜੀ ਹੈ ਇਜ਼ਾਬੈਲ। ਹਾਲੇਲੂਇਆ। ਕਿੱਥੇ ਲਿਖਿਆ ਕਿ ਤੁਸੀਂ ਯਿਸੂ ਮਸੀਹ ਦੇ ਦੀਆਂ ਮੂਰਤੀਆਂ ਬਣਾਓ। ਹਾਲੇਲੂਇਆ। ਕਿੱਥੇ ਹੈ ਉਹ ਇਜ਼ਾਬੈਲ ਜਿਹੜੀ ਕਹਿੰਦੀ ਹੈ ਯਿਸੂ ਮਸੀਹ ਦੀ ਮੂਰਤੀ ਬਣਾਓ, ਮਰੀਮ ਦੀ ਮੂਰਤੀ ਬਣਾਓ, ਉਹਦੇ ਅੱਗੇ ਧੂਫ ਲਾਓ। ਹਾਲੇਲੂਇਆ ਹਾਲੇਲੂਇਆ। ਵੱਡਾ ਦਿਨ ਬਣਾਓ। ਹਾਲੇਲੂਇਆ। ਕਿੱਥੇ ਲਿਖਿਆ ਹੈ ਕਿ ਯਿਸੂ ਮਸੀਹ ਦਾ ਜਨਮ ਕਿੰਨੀ ਤਰੀਕ ਨੂੰ ਹੋਇਆ ਤੇ ਉਹਦਾ ਜਨਮ ਦਿਨ ਮਨਾਓ, ਕੇਕ ਕੱਟੋ। ਕਿੱਥੇ ਲਿਖਿਆ ਹੈ ਕਿ ਕੋਈ ਹਾਲੇਲੂਇਆ ਹਾਲੇਲੂਇਆ ਪ੍ਰਭੂ ਨੂੰ ਮਹਿਮਾ ਮਿਲੇ ਕਿ ਇੱਕ ਟਰੀ ਲਾਓ। ਇੱਕ ਤੁਸੀਂ ਦੇਖਿਆ ਹੋਣਾ ਵੀ ਉਹ ਕ੍ਰਿਸਮਸ ਵੇਲੇ ਕੀ ਕਰਦੇ ਨੇ, ਕੋਈ ਟਰੀ ਲਾ ਦਿੰਦੇ ਨੇਗੇ, ਇੱਕ ਦਰਖਤ ਜਿਹਾ ਲਾ ਦਿੰਦੇ ਨੇ, ਉਹਦੇ ਉੱਤੇ ਉਹ ਲਾਉਂਦੇ ਨੇ, ਲਾਈਟਿੰਗ ਕਰ ਦਿੰਦੇ ਨੇ ਉਹਦੇ ਉੱਤੇ। ਹਾਲੇਲੂਇਆ। ਲਾਈਟ ਲਾ ਦਿੰਦੇ ਨੇ। ਹਾਲੇਲੂਇਆ। ਕਿੱਥੇ ਲਿਖਿਆ ਬਾਈਬਲ ਦੇ ਵਿੱਚ। ਆਮੀਨ। ਮੈਨੂੰ ਘੱਟ ਤੋਂ ਘੱਟ 11-12 ਸਾਲ ਹੋ ਗਏ। ਹਾਲੇਲੂਇਆ। ਅਜੇ ਤੱਕ ਮੈਂ ਕੋਈ ਇਹੋ ਜਿਹੀ ਆਇਤ ਨਹੀਂ ਪੜ੍ਹੀ ਜਿੱਥੇ ਲਿਖਿਆ ਹੋਵੇ। ਆਮੀਨ ਹਾਲੇਲੂਇਆ ਹਾਲੇਲੂਇਆ। ਇਜ਼ਾਬੈਲ ਕਿੱਥੇ ਹੈ। ਆਮੀਨ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਕਿੱਥੇ ਹੈ ਇਜ਼ਾਬੈਲ। ਅੱਜ ਉਹ ਧਾਰਮਿਕ ਰੂਹ ਹੈ। ਹਾਲੇਲੂਇਆ। ਉਹ ਚਰਚਾਂ ਵਿੱਚ ਹੈ, ਭੰਗੜੇ ਪਾ ਰਹੀ ਹੈ, ਉਹ ਤਾੜੀਆਂ ਪਾ ਰਹੀ ਹੈ ਜਨਾਨੀਆਂ ਵਾਂਗੂ। ਹਾਲੇਲੂਇਆ। ਕਹੇ ਦੇਖਿਆ ਹੋਣਾ ਉਹ ਸੁਰਾਜ ਤਾੜੀ ਵੀ ਨਹੀਂ ਪਾਉਂਦੀ ਹੈ। ਹਾਲੇਲੂਇਆ ਆਮੀਨ। ਕਿੱਥੇ ਹੈ। ਹਾਲੇਲੂਇਆ ਹਾਲੇਲੂਇਆ। ਅਗਰ ਏਲੀਆ ਇੱਥੇ ਹੈ ਤੇ ਇਜ਼ਾਬੈਲ ਵੀ ਇੱਥੇ ਹੈ। ਆਮੀਨ ਹਾਲੇਲੂਇਆ ਆਮੀਨ। ਅਗਰ ਇਹ ਪੜ੍ਹਨਾ ਚਾਹੁੰਦੇ ਹੋ ਤੇ 17 ਅਧਿਆਇ ਹੀ ਪੜ੍ਹਦੇ ਹਾਂ। ਹਾਲੇਲੂਇਆ। ਪ੍ਰਕਾਸ਼ ਦੀ ਪੋਥੀ शुरू से पढ़ दो।
ਉਹਨਾਂ 7 ਦੂਤਾਂ ਵਿੱਚੋਂ ਜਿਨ੍ਹਾਂ ਕੋਲ 7 ਕਟੋਰੇ ਸਨ, ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਭਾਈ ਉਰੇ ਆ, ਮੈਂ ਤੈਨੂੰ ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ। ਹੁਣ ਪ੍ਰਭੂ ਕਹਿੰਦਾ 7 ਦੂਤਾਂ ਵਿੱਚੋਂ ਇੱਕ ਦੇ ਕੋਲ 7 ਕਟੋਰੇ ਸੀ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਕਿਹਾ ਮੈਨੂੰ ਕਿ ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ। ਕਹਿੰਦਾ ਆ ਜਾ। ਕਹਿੰਦਾ ਜਿਹੜੀ ਬਾਹਲੇ ਪਾਣੀਆਂ ਉੱਤੇ ਬੈਠੀ ਹੈ ਵੱਡੀ ਕੰਜਰੀ ਸਮਝਦੇ ਹੋ ਭਾਈ, ਸ਼ਬਦ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦਾ, ਪਰ ਬਾਈਬਲ ਕਹਿੰਦੀ ਹੈ, ਇਸ ਲਈ ਅਸੀਂ ਬੋਲਦੇ ਹਾਂ। ਹਾਲੇਲੂਇਆ, ਹਾਲੇਲੂਇਆ। ਕੰਜਰੀ ਕਿਹਾ ਗਿਆ ਹੈ, ਹਾਲੇਲੂਇਆ, ਕਿਉਂਕਿ ਬਹੁਤ ਹੀ ਗਲਤ ਹੈ। ਹਾਲੇਲੂਇਆ, ਹਾਲੇਲੂਇਆ। ਏਲੀਆ ਨੂੰ ਰੋਕਣ ਦੇ ਲਈ ਇਜ਼ਾਬੈਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਆਮੀਨ। ਇਹੀ ਹੈ ਜੋ ਅੱਜ ਨੌਜਵਾਨਾਂ ਨੂੰ ਭੜਕਾ ਰਹੀ ਹੈ। ਹਾਲੇਲੂਇਆ, ਹਾਲੇਲੂਇਆ। ਅਗਰ ਤੁਸੀਂ ਪ੍ਰਾਰਥਨਾ ਕਰ ਰਹੇ ਹੋ, ਹਾਲੇਲੂਇਆ, ਅਗਰ ਤੁਸੀਂ ਹਾਲੇਲੂਇਆ, ਅਗਰ ਤੁਸੀਂ ਪ੍ਰਾਰਥਨਾ ਕਰ ਰਹੇ ਹੋ ਤੇ ਕੋਈ ਚੀਜ਼ ਹੈ ਜੋ ਤੁਹਾਨੂੰ ਰੋਕ ਰਹੀ ਹੈ, ਉਹ ਇਜ਼ਾਬੈਲ। ਆਮੀਨ। ਕੋਈ ਚੀਜ਼ ਹੈ ਜੋ ਤੁਹਾਨੂੰ ਦਿੱਕਤ ਦੇ ਰਹੀ ਹੈ, ਹਾਲੇਲੂਇਆ, 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 ਉਹ ਹੈ ਇਜ਼ਾਬੈਲ। ਹਾਲੇਲੂਇਆ। ਉਹੀ ਰੂਹ ਜੋ ਏਲੀਆ ਨੂੰ ਡੱਕਣ ਦੇ ਲਈ, ਏਲੀਆ ਨੂੰ ਰੋਕਣ ਦੇ ਲਈ ਆਉਂਦੀ ਹੈ, ਉਹੀ ਦੁਸ਼ਟ ਆਤਮਾ, ਹਾਲੇਲੂਇਆ, ਜੋ ਇੱਥੇ ਹੈ, ਹਾਲੇਲੂਇਆ, ਜੋ ਲੋਕਾਂ ਵਿੱਚ ਹੈ, ਇਸ ਸੰਸਾਰ ਦੇ ਵਿੱਚ ਹੈ। ਇਹਨੇ ਪੜਿਆ, ਕਹਿੰਦਾ ਹੈ ਧਰਤੀ ਤੇ ਰਹਿਣ ਵਾਲਿਓ, ਧਰਤੀ ਤੇ ਰਹਿਣ ਵਾਲਿਓ, ਤੁਹਾਡੇ ਤੇ ਹਾਏ, ਹਾਲੇਲੂਇਆ। ਕਿਉਂ? ਕਿਉਂਕਿ ਉਹ ਵੱਡਾ ਸ਼ੈਤਾਨ ਅੱਜ ਕੱਲ੍ਹ ਤੁਹਾਡੇ ਇੱਥੇ ਸੁੱਟਿਆ ਗਿਆ ਹੈ, ਹਾਲੇਲੂਇਆ, ਉਹ ਸੁੱਟਿਆ ਗਿਆ ਹੈ। ਪ੍ਰਭੂ ਨੂੰ ਮਹਿਮਾ ਮਿਲੇ, ਹਾਲੇਲੂਇਆ, 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 ਮਹਿਮਾ ਮਿਲੇ। ਖੁਦਾ ਧੰਨਵਾਦ। 2 ਮਿੰਟ ਲਈ ਪੱਖਾ ਹੀ ਬੰਦ ਕਰਨਾ। ਕੀ ਹੋਇਆ? ਹਾਲੇਲੂਇਆ, ਤਾਰੀਫ ਹੋਵੇ ਖੁਦਾ ਨੂੰ, ਜੈ ਮਿਲੇ। ਇਹਦਾ ਵੀ ਇੱਧਰ ਉੱਧਰ ਧਿਆਨ ਨਾ ਹੋਵੇ। ਹਾਲੇਲੂਇਆ, ਇਜ਼ਾਬੈਲ ਆ ਗਈ। ਸਾਰੇ ਤਾੜੀ ਮਾਰ ਸਕਦੇ ਖੁਦਾ ਲਈ। ਮਾਰੀ ਜਾਵਾਂਗੇ ਤਾੜੀ, ਬੰਦ ਕਰਨ ਦੀ ਕਿਹਾ। ਹਾਲੇਲੂਇਆ, ਹਾਲੇਲੂਇਆ। ਅਭੀ ਕਹਿੰਦਾ ਕਿ ਅਗਰ ਕੋਈ ਮਸੀਹ ਭਾਈ ਬਾਹਰ ਵਿਆਹ ਕਰਾਉਂਦਾ ਤੇ ਉਹ ਕੀ ਕਰਦਾ, ਇੱਕ ਪਸ਼ੂ ਨਾਲ ਵਿਆਹ ਕਰਵਾਉਂਦਾ। ਜੇ ਕੋਈ ਮਸੀਹ ਹੈ ਤੇ ਉਹਨੂੰ ਚਾਹੀਦਾ ਕਿ ਉਹ ਮਸੀਹ ਕੁੜੀ ਨਾਲ ਵਿਆਹ ਕਰਵਾਵੇ। ਅਗਰ ਕੋਈ ਮਸੀਹ ਭੈਣ ਹੈ ਤੇ ਉਹਨੂੰ ਵੀ ਚਾਹੀਦਾ ਕਿ ਉਹ ਮਸੀਹ ਭਾਈ ਨਾਲ ਵਿਆਹ ਕਰਵਾਵੇ। ਹਾਲੇਲੂਇਆ। ਹੁਣ ਇੱਥੇ ਅਮੋਰੀਆਂ ਦਾ ਜਿਹੜਾ ਅਮੋਰੀ ਦਾ ਪੁੱਤਰ ਸੀ ਅਹਾਬ, ਇਹਨੇ ਕੀ ਕੀਤਾ, ਇਹਨੇ ਸਾਰੇ ਰਾਜਾਂ ਨੂੰ ਵੱਧ ਗਲਤੀ ਕੀਤੀ। ਇਹਨੇ ਕੀ ਗਲਤੀ ਕੀਤੀ ਕਿ ਇਹਨੇ ਸਦੋਮੀਆਂ ਦੀ ਧੀ ਇਜ਼ਾਬੈਲ ਨਾਲ ਵਿਆਹ ਕਰਵਾ ਲਿਆ। ਉਹਨੇ ਸਾਰਾ ਕੁਛ ਆ ਕੇ ਕਸਮਾਨ ਪਾਤਾ। ਹਾਲੇਲੂਇਆ, 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 ਹਾਲੇਲੂਇਆ। ਖੁਦਾ ਨੂੰ ਮਹਿਮਾ ਮਿਲੇ। ਅੱਜ ਸਾਡੇ ਯੁੱਗ ਦੇ ਵਿੱਚ ਸਾਡੇ ਕੋਲ ਭਾਈ ਵਿਲੀਅਮ ਮੈਰੀਅਮ ਬ੍ਰਾਨਮ ਏਲੀਆ ਸਾਡਾ ਆਇਆ ਹੈ, ਹਾਲੇਲੂਇਆ। ਅਜੇ ਏਲੀਆ ਆਇਆ ਹੈ ਤੇ ਇੱਥੇ ਇਜ਼ਾਬੈਲ ਵੀ ਹੈ, ਹਾਲੇਲੂਇਆ, ਜੋ ਬਰਾਬਰ ਖੜੀ ਹੈ, ਹਾਲੇਲੂਇਆ, ਹਾਲੇਲੂਇਆ। ਹੁਣ ਅਸੀਂ ਪੜ੍ਹਦੇ ਆਂ, ਕਹਿੰਦਾ ਮੈਂ ਤੁਹਾਨੂੰ ਉਹ ਵੱਡੀ ਕੰਜਰੀ ਵਿਖਾਵਾਂ ਜਿਹੜੀ ਬਾਹਲੇ ਪਾਣੀਆਂ ਉੱਤੇ ਬੈਠੀ ਹੈ, ਜਿਹਦੇ ਨਾਲ ਧਰਤੀ ਦੇ ਰਾਜਾ ਨੇ ਹਰਾਮਕਾਰੀ ਕੀਤੀ। ਇਹਦਾ ਧਿਆਨ ਕਰਾਂਗੇ, ਬਹੁਤ ਥੋੜਾ ਹੀ ਸਮਾਂ ਲਵਾਂਗੇ। ਹਾਲੇਲੂਇਆ। ਕੋਈ ਗੱਲ ਨਹੀਂ, ਮੈਸੇਜ ਲੰਬਾ ਫੇਰ ਕਰਾਂਗੇ, ਉਹਨਾਂ ਕੀ ਦੇਵਾਂਗੇ ਜਿੰਨਾ ਕੁ ਸਾਨੂੰ ਸਮਝ ਆ ਜੇ। ਹਾਲੇਲੂਇਆ। ਪੜ੍ਹਦੇ ਕੋਈ ਮਾੜਾ ਥੋੜਾ ਸ਼ੁਰੂ ਤੋਂ ਪੜ੍ਹ ਦੋ। ਉਹਨਾਂ 7 ਦੂਤਾਂ ਵਿੱਚੋਂ ਜਿਨ੍ਹਾਂ ਕੋਲ 7 ਕਟੋਰੇ ਸਨ, ਇਹਦਾ ਧਿਆਨ ਰੱਖਿਓ। ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ। ਹੁਣ 7 ਦੂਤਾਂ ਵਿੱਚੋਂ ਜਿਹਦੇ ਹੱਥ ਵਿੱਚ 7 ਕਟੋਰੇ ਨੇ, ਉਹਨਾਂ ਵਿੱਚੋਂ ਇੱਕ ਨੇ ਆ ਕੇ ਮੇਰੇ ਨਾਲ ਕਿਹਾ ਕਿ ਉਰੇ ਆ, ਮੈਂ ਤੈਨੂੰ ਵੱਡੀ ਕੰਜਰੀ ਵਿਖਾਵਾਂ। ਵੱਡੀ ਕੰਜਰੀ ਦੀ ਸਜ਼ਾ। ਹਾਂ, ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ ਜਿਹੜੀ ਬਾਹਲੇ ਪਾਣੀਆਂ ਉੱਤੇ ਬੈਠੀ ਹੋਈ ਹੈ। ਹੁਣ ਪਾਣੀਆਂ ਉੱਤੇ ਤੇ ਔਰਤ ਦਾ ਕੀ ਸੰਬੰਧ? ਹੁਣ ਅਗਰ ਇਹਨੂੰ ਪੜ੍ਹਨਾ ਨੇ, ਖੁਦਾ ਮੈਂ ਤੁਹਾਨੂੰ ਫੇਰ ਕੀ ਕਹੀ ਕਿ ਖੁਦਾ ਦੀਆਂ ਗੱਲਾਂ ਖੁਦਾ ਹੀ ਸਮਝ ਸਕਦਾ ਹੈ। ਆਮੀਨ। ਖੁਦਾ ਦੀਆਂ ਗੱਲਾਂ ਕੌਣ ਸਮਝ ਸਕਦਾ? ਜੇਕਰ ਜਿਹਨੂੰ ਖੁਦਾ ਸ਼ਕਤੀ ਦਾ ਵੀ ਤੂੰ ਸਮਝ। ਮਤੇ ਤਕੇਲ ਉਫਰ ਸੀ, ਕੌਣ ਸਮਝ ਸਕਦਾ? ਇੱਥੇ ਜੋ ਇਹਨੂੰ ਕਿਹਾ ਜਾਵੇ ਪਾਣੀਆਂ ਉੱਤੇ ਇੱਕ ਕੰਜਰੀ ਬੈਠੀ ਤੇ ਕੌਣ ਸਮਝੂਗਾ? ਆਮੀਨ। ਕੋਈ ਨਹੀਂ ਸਮਝ ਸਕਦਾ ਜਦ ਤੱਕ ਤੁਹਾਡੇ ਲਈ ਕੋਈ ਭੇਜਿਆ ਨਹੀਂ ਜਾਂਦਾ। ਇਸ ਲਈ ਪ੍ਰਭੂ ਨੇ ਕਿਹਾ, ਕਹਿੰਦਾ ਮੈਂ ਇਸ ਪ੍ਰਕਾਸ਼ਨ ਦੇ ਉੱਤੇ ਕੀ ਕਰਾਂਗਾ, ਕਲੀਸਿਆ ਖੜੀ ਕਰਾਂਗਾ, ਪਤਾਲ ਨਰਕ ਦੇ ਫਾਟਕਾਂ ਦੇ ਅਧਿਕਾਰ ਨਹੀਂ ਹੋਊਗਾ। ਹਾਲੇਲੂਇਆ। ਇਹਦੇ ਨੇ ਕਿਹਾ ਕਿ ਜੀ ਧਰਤੀ ਦੇ ਰਾਜਾ ਨੇ ਬਹੁਤੇ ਪਾਣੀਆਂ ਉੱਤੇ ਬੈਠੀ ਹੋਈ ਹੈ, ਜਿਹਦੇ ਨਾਲ ਧਰਤੀ ਦੇ ਰਾਜਾ ਨੇ ਹਰਾਮਕਾਰੀ ਕੀਤੀ। ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ, ਸਮਝਦੇ ਗੱਲ? ਵਿਚਾਰ ਕੀਤਾ ਇਸ ਕੰਜਰੀ ਦੇ ਨਾਲ। ਕਿਵੇਂ? ਇਹਨਾਂ ਨਾਲ ਮਿਲ ਕੇ ਹੋ। ਹੁਣ ਰਾਜਾ ਨਾਲ ਮਿਲਣਾ ਇਹਦਾ ਮਤਲਬ ਕੋਈ ਵੱਡੀ ਗੱਲ ਨਹੀਂ। ਕੌਣ ਹੈ ਜਿਹਦੇ ਨਾਲ ਰਾਜੇ ਮਿਲ ਰਹੇ ਨੇ? ਹਾਲੇਲੂਇਆ।
कौन है जो राजा को भी लोन दे रही है, पैसे दे रही है? अमेरिका। हालेलुया। आमीन। इज द पॉप। हालेलुया। इज द रोमन कैथोलिक। हालेलुया। हालेलुया। प्रभु ਨੂੰ ਮਹਿਮਾ ਮਿਲੇ। ਇੱਕ ਵੱਡੀ ਸੰਸਥਾ। ਹਾਲੇਲੂਇਆ। ਕਹਿੰਦਾ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ, ਧਰਤੀ ਦੇ ਵਾਸੀ ਉਹਦੀ ਹਰਾਮਕਾਰੀ ਦੀ ਮੈਂ ਨਾਲ ਮਸਤ ਹੋ ਗਏ ਨੇ। ਧਰਤੀ ਦੇ ਲੋਕ, ਇੱਥੋਂ ਦੇ ਲੋਕ ਇਹਦੀ ਮੈਂ ਦੇ ਨਾਲ ਨਸ਼ਾ ਸਮਝਦੇ, ਨਸ਼ਾ ਹੁੰਦਾ ਮੈਂ, ਨਸ਼ੇ ਦੇ ਨਾਲ ਇਹਦੀ ਹਰਾਮਕਾਰੀ ਨਾਲ ਮਸਤ ਹੋ ਗਏ ਧਰਤੀ ਦੇ ਲੋਕ। ਇਜ਼ਾਬੈਲ ਸੀ ਤੇ ਉਹਨੇ ਸਾਰੇ ਉਸ ਸਮੇਂ ਯਹੂਦਾ ਯਰੂਸ਼ਲਮ ਨੂੰ, ਹਾਲੇਲੂਇਆ, ਉਸਨੇ ਸਾਰੇ ਇਜ਼ਰਾਈਲ ਨੂੰ ਆਪਣੇ ਕੰਟਰੋਲ 'ਚ ਲੈ ਲਿਆ। ਔਰ ਉਸ ਸਮੇਂ ਇੱਕ ਰਾਜਾ ਸੀ ਜੋ ਸ਼ਾਇਦ ਯਹੂਦਾ 'ਚੋਂ ਸੀ, ਉਹ ਸੀ ਯਹੋਸ਼ਾਫਾਟ। ਹਾਲੇਲੂਇਆ। ਹਾਲੇਲੂਇਆ। ਇਹਦੇ ਲਿਖਿਆ ਹੈ ਪ੍ਰਭੂ ਤਾਂ ਉਹਨੇ ਮੈਨੂੰ ਆਤਮਾ ਵਿੱਚ ਇੱਕ ਉਜਾੜ 'ਚ ਲੈ ਗਿਆ। ਮੈਂ ਇੱਕ ਤੀਵੀ ਨੂੰ, ਜਿਹੜੀ ਕਿਰਮਚੀ ਰੰਗ ਦੇਖਦੇ ਹੋ ਕਿਹਾ ਜਾਂਦਾ? ਕਿਰਮਚੀ ਰੰਗ ਕਿੰਨੇ ਜਾਣਦੇ ਨੇ? ਅਗਰ ਰੈੱਡ ਰੰਗ ਦੇ ਵਿੱਚ ਥੋੜਾ ਜਿਹਾ ਕਾਲਾ ਰੰਗ ਪਾ ਦਿੱਤਾ ਜਾਵੇ ਤਾਂ ਉਹਨੂੰ ਕਿਰਮਚੀ ਬਣ ਕੇ। ਹਾਲੇਲੂਇਆ। ਲਾਲ ਰੰਗ ਦੇ ਵਿੱਚ ਥੋੜਾ ਕਾਲੇ ਦਾ ਦਾਗ ਲਾ ਦਿਓ, ਉਹਨੂੰ ਮਿਲਾਓ, ਜਿਹਨੂੰ ਪੰਜਾਬੀ ਕਹਿੰਦੇ ਪੰਜਾਬੀ। ਕਹਿੰਦਾ ਕਿਰਮਚੀ ਰੰਗ ਦੀ ਇੱਕ ਦਰਿੰਦੇ ਉੱਤੇ, ਜੇ ਕੋਈ ਜਾਣਦਾ ਹੋਵੇ ਨਾ, ਜਿੰਨੇ ਰੋਮਨ ਕੈਥੋਲਿਕ ਦੇ ਪਾਦਰੀ ਨੇ ਨਾ, ਜਿਹੜੇ ਚੋਗਿਆਂ 'ਚ ਰਹਿੰਦੇ ਨੇ, ਕਦੇ ਦੇਖੋ ਉਹਨਾਂ ਦੇ ਕਿਹੋ ਜਿਹਾ ਰੰਗ ਪਾਇਆ ਹੁੰਦਾ। ਹਾਲੇਲੂਇਆ। ਕਹਿੰਦਾ ਕਿਰਮਚੀ ਰੰਗ ਦੇ ਨਾਮਾਂ ਨਾਲ, ਕਿਰਮਚੀ ਰੰਗ ਦੇ ਦਰਿੰਦੇ ਉੱਤੇ ਜਿਹੜਾ ਕੁਫਰ ਦੇ ਨਾਮਾਂ ਨਾਲ ਭਰਿਆ ਹੋਇਆ ਹੈ। ਕੁਫਰ ਦੇ ਨਾਮ ਸਮਝ, ਕੁਫਰ ਦੇ ਨਾਮ, ਝੂਠੇ ਨਾਮ। ਹਾਲੇਲੂਇਆ। ਜੇ ਮੈਂ ਗਿਣਾਉਣ ਲੱਗ ਗਿਆ ਨਾ ਤਾਂ ਬਹੁਤ ਜ਼ਿਆਦਾ ਹੋ ਜਾਣਗੇ, ਕਿਉਂਕਿ ਬਾਬਲ ਵਾਂਗੂ, ਬਾਬਲ ਦੀ ਨਗਰੀ ਹੈ, ਬਹੁਤ ਉੱਚੀ ਹੈ। ਪ੍ਰੈਸਬਾਈਟੇਰੀਅਨ, ਬੈਪਟਿਸਟ, ਮੈਥੋਡਿਸਟ, ਜਿੰਨੇ ਕਿ ਮੈਨੂੰ ਪਤਾ, ਰੋਮਨ ਕੈਥੋਲਿਕ ਬਹੁਤ ਜ਼ਿਆਦਾ ਨੇ। ਹਾਲੇਲੂਇਆ। ਸੰਡੇ ਐਡਵੈਂਟਿਸਟ ਵਾਲੇ, ਯਹੋਵਾ ਵਾਲੇ, ਉਹ ਪ੍ਰਭੂ ਨੂੰ ਮਹਿਮਾ ਮਿਲੇ, ਬਹੁਤ ਜ਼ਿਆਦਾ ਨੇ। ਅਗਰ ਇਹਨਾਂ ਨੂੰ ਕਿੰਨੇ ਜ਼ਿਆਦਾ ਯਾਦ ਨਹੀਂ ਰੱਖਣ। ਇਹ ਕੁਫਰ ਦੇ ਨਾਮਾਂ ਨਾਲ ਭਰੀ ਹੋਈ ਹੈ। 2200। ਹਾਂ, 2200 ਸੰਸਥਾ। 2200 ਸੰਸਥਾ। ਹਾਲੇਲੂਇਆ। ਕੁਫਰ ਦੇ ਨਾਮਾਂ ਨਾਲ ਭਰਿਆ ਹੋਇਆ ਸੀ, ਜਿਹਦੇ 7 ਸਿਰ 10 ਸਿੰਘ ਉੱਤੇ ਬੈਠੇ ਸੀ। ਅਤੇ ਉਸ ਤੀਵੀ ਨੇ ਬੈਂਜਨੀ ਸਮਝੋ, ਬੈਂਜਨੀ ਰੰਗ ਕਿਰਮਚੀ ਪੋਸ਼ਾਕ ਪਹਿਨੀ ਹੋਈ ਸੀ। ਉਹ ਸੋਨੇ, ਮੋਤੀਆਂ ਤੇ ਜਵਾਹਰਾਂ ਨਾਲ ਸ਼ਿੰਗਾਰੀ ਹੋਈ ਸੀ। ਉਹਨੇ ਇੱਕ ਪਿਆਲਾ ਸੋਨੇ ਦਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ। ਕਦੇ ਤੁਸੀਂ ਪੌਪ ਦੀ ਫੋਟੋ ਦੇਖਿਓ, ਹੱਥ ਵਿੱਚ ਸੋਨੇ ਦਾ ਕਟੋਰਾ ਫੜਿਆ ਹੁੰਦਾ ਹੈ। ਸੋਨੇ ਦਾ ਕਟੋਰਾ ਫੜਿਆ ਹੋਇਆ ਸੀ, ਜਿਹੜਾ ਘਿਨੌਣੀਆਂ ਵਸਤੂਆਂ ਤੇ ਉਹਦੀ ਹਰਾਮਕਾਰੀ ਭ੍ਰਿਸ਼ਟਤਾਈਆਂ ਨਾਲ ਭਰਿਆ ਹੋਇਆ ਸੀ। ਅਤੇ ਉਹਦੇ ਮੱਥੇ ਉੱਤੇ ਭੇਤ ਭਰਿਆ ਨਾਂ ਲਿਖਿਆ ਸੀ, ਅਰਥਾਤ ਬਾਬਲ, ਉਹ ਵੱਡੀ ਨਗਰੀ, ਕੰਜਰੀ ਦੇ ਧਰਤੀਆਂ ਅਤੇ ਘਿਨੌਣੀਆਂ ਵਸਤੂਆਂ ਦੀ ਮਾਂ। ਇਹ ਮਾਂ ਕਿਉਂ ਬਣਦੀ ਹੈ ਤੁਹਾਨੂੰ ਪਤਾ? ਮਾਂ ਕਿਉਂ ਬਣਦੀ ਹੈ? ਕਿਉਂਕਿ ਸਭ ਤੋਂ ਪਹਿਲੀ ਸੰਸਥਾ ਸੀ ਰੋਮਨ ਕੈਥੋਲਿਕ। ਰੋਮਨ ਕੈਥੋਲਿਕ ਦੇ ਵਿੱਚੋਂ ਹੀ ਸਾਰੀਆਂ ਨਿਕਲੀਆਂ, ਸਾਰੀਆਂ ਉੱਥੇ ਸ਼ੁਰੂ ਹੋਈਆਂ। ਰੋਮਨ ਕੈਥੋਲਿਕ ਦੇ ਵਿੱਚੋਂ ਪ੍ਰੋਟੈਸਟੈਂਟ ਬਣ ਗਏ, ਪ੍ਰੋਟੈਸਟ ਦੇ ਵਿੱਚੋਂ ਗਾਂ ਦੀ ਗਾਂ ਨਿਕਲਦੇ ਗਏ। ਅੱਜ ਡਿਨੋਮੀਨੇਸ਼ਨ ਜਿਹਨੂੰ ਲਾ ਕੇ 2200 ਕਹੀ ਜਾਂਦਾ ਭਾਈ, ਮੈਨੂੰ ਇਹਦੇ ਬਾਰੇ ਪਤਾ ਨਹੀਂ, ਇੰਨੀਆਂ ਹੋ ਗਈਆਂ, ਪਰ 2200 ਸੰਸਥਾਵਾਂ ਬਣ ਗਈਆਂ। ਪਰ ਇਹਦੀ ਮਾਂ ਕੌਣ ਹੈ? ਮਾਂ ਉਹੀ ਹੈ ਜਿੱਥੋਂ ਕੋਈ ਨਿਕਲਦਾ। ਕਹਿੰਦਾ ਘਿਨੌਣੀਆਂ ਵਸਤੂਆਂ ਦੀ ਮਾਂ। ਅਤੇ ਉਸ ਤੀਵੀ ਨੇ ਸੰਤਾਂ ਦੇ ਲਹੂ ਨਾਲ ਤੇ ਯਿਸੂ ਦੇ ਸ਼ਹੀਦਾਂ ਦੇ ਲਹੂ ਨਾਲ ਮਸਤ ਹੋਈ ਵੇਖੀ। ਇਹ ਜਨਾਨੀ ਹੈ ਜਿਹੜੀ ਕਿ ਇਹਨੇ ਕੀ ਕੀਤਾ ਹੈ। ਹਾਲੇਲੂਇਆ। ਇੱਧਰ ਧਿਆਨ ਕਰਿਓ, ਮਿਸ ਨਾ ਕਰਿਓ। ਉਸ ਤੀਵੀ ਨੇ ਸੰਤਾਂ ਦੇ ਲਹੂ ਅਤੇ ਯਿਸੂ ਦੇ ਸ਼ਹੀਦਾਂ ਦੇ ਲਹੂ ਨਾਲ ਮਸਤ ਹੋਈ ਵੇਖਿਆ, ਔਰ ਉਹਨੂੰ ਵੇਖ ਕੇ ਮੈਂ ਡਾਢਾ ਅਚਰਜ ਹੋਇਆ ਤੇ ਹੱਕਾ ਬੱਕਾ ਰਹਿ ਗਿਆ। ਦੂਤ ਨੇ ਮੈਨੂੰ ਆਖਿਆ, ਭਾਈ ਤੂੰ ਹੱਕਾ ਬੱਕਾ ਕਾਹਨੂੰ ਹੋਇਆ? ਉਸ ਤੀਵੀ ਨੂੰ, ਉਸ ਦਰਿੰਦੇ ਜਿਸ ਉੱਤੇ ਸਵਾਰ ਹੈ, ਉਹਦੇ 7 ਸਿਰਾਂ ਤੇ 10 ਸਿੰਘ ਨੇ। ਮੈਂ ਉਹਦਾ ਭੇਤ ਤੈਨੂੰ ਦੱਸਾਂਗਾ। ਜਿਹੜਾ ਦਰਿੰਦਾ ਤਾਂ ਵੇਖਿਆ ਉਹ ਹੈ ਸੀ ਤੇ ਨਹੀਂ ਹੈਗਾ, ਤੇ ਸਾਹ ਕੁੰਡ ਵਿੱਚ ਚੜਾ ਹੋਣਾ ਹੈ ਅਤੇ ਨਸ਼ਟ ਹੋ ਜਾਣਾ। ਹਾਲੇਲੂਇਆ। ਹਾਲੇਲੂਇਆ। ਇਹ ਗੱਲਾਂ ਨੇ, ਪ੍ਰਭੂ ਨੂੰ ਮਹਿਮਾ ਮਿਲੇ, ਪਰ ਮੈਂ ਉਹਨੇ ਦਿਆਂਗਾ ਜਿਹਨਾਂ ਤੁਹਾਨੂੰ ਹਾਜ਼ਮ ਆ ਜੇ। ਹਾਲੇਲੂਇਆ। 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 ਉਹਨੇ ਤੇ ਲਿਖਿਆ, ਕਹਿੰਦਾ ਮੈਂ ਉਹਨੂੰ ਯਿਸੂ ਮਸੀਹ ਦੇ ਸ਼ਹੀਦਾਂ ਨਾਲ ਸੰਤਾਂ ਦੇ ਲਹੂ ਨਾਲ ਮਸਤ ਵੇਖਿਆ। ਇਹ ਵੀ ਕਦੋਂ ਮਾਰਤਾ? ਹੁਣ ਤੁਸੀਂ ਕਹੋਗੇ ਵੀ ਭਾਈ ਕਹੀ ਜਾਂਦਾ ਵੀ ਇਹ ਸੰਸਥਾਵਾਂ ਨੇ, ਰੋਮਨ ਕੈਥੋਲਿਕ ਹੈ, ਫਲਾਣੇ ਨੇ, ਇਹਨਾਂ ਨੇ ਕਦੋਂ ਮਾਰਤਾ? ਅਧੇਰ ਯੁੱਗਾਂ ਦੇ ਵਿੱਚ ਜਾਓ, ਜਦੋਂ ਰੋਮਨ ਕੈਥੋਲਿਕ ਪ੍ਰੋਟੈਸਟੈਂਟ ਦੇ ਵਿੱਚੋਂ ਅੱਡ ਹੋਇਆ, ਉਸ ਸਮੇਂ 6 ਕਰੋੜ 20 ਲੱਖ ਲੋਕਾਂ ਨੂੰ ਇਹ ਕਹਿ ਕੇ ਮਾਰ ਦਿੱਤਾ ਵੀ ਇਹਨਾਂ 'ਚ ਦੁਸ਼ਟ ਆਤਮਾ ਨੇ, ਕਤਲ ਕਰ ਦਿੱਤਾ ਗਿਆ। ਆਮੀਨ। ਪ੍ਰੋਟੈਸਟੈਂਟ 'ਚ ਜਾਂਦੇ ਸੀਗੇ, ਦੂਜੀ ਸੰਸਥਾ ਜਾਂਦੇ, ਉਹਨਾਂ ਦੇ ਦਿਲਾਂ ਦੇ ਵਿੱਚ ਇਹ ਆਇਆ ਵੀ ਇਹ ਉੱਧਰ ਨਹੀਂ ਜਾਣੇ ਚਾਹੀਦੇ, ਇਹਨਾਂ ਨੂੰ ਖਤਮ ਕਰ, ਕਹਿੰਦੇ ਇਹਨਾਂ ਨੂੰ ਪ੍ਰੇਤ 'ਚ ਬੜੇ ਹੋਏ ਨੇ। ਉਸ ਸਮੇਂ ਤੁਸੀਂ ਕਦੇ ਪੁਰਾਣੀਆਂ ਵੀਡੀਓ ਦੇਖਿਓ, ਜਿਹਨੇ ਦੱਸਦੇ ਨੇ ਇੱਕ ਰਾਜ ਮਹਿਲ ਲੱਗਦਾ ਹੁੰਦਾ ਸੀ, ਜੇ ਸ਼ਰੇਆਮ ਕਿਸੇ ਤੇ ਉੱਬਲਦੀ ਦੇਗ ਸੁੱਟ ਦਿੱਤਾ ਜਾਂਦਾ ਸੀ, ਕਿਸੇ ਦਾ ਗਲ ਵੱਢ ਦਿੱਤਾ ਜਾਂਦਾ ਸੀ, ਕਿਸੇ ਦਾ ਚਮੜੀ ਲਾਹ ਲਈ ਜਾਂਦੀ ਸੀ। ਇਸ ਕਰਕੇ ਕਹਿੰਦੀ ਵੀ ਸਾਡੀ ਸੰਸਥਾ 'ਚ ਨਹੀਂ ਹੈਗੀ। ਉਹ ਅੰਧੇਰ ਯੁੱਗ ਦਾ ਸਮਾਂ, ਇਹ ਦੂਜੀ ਮੋਹਰ ਦਾ ਸਮਾਂ ਸੀ। ਦੂਸਰੀ ਮੋਹਰ ਤੋਂ ਖੁੱਲਦੀ ਹੈ ਨਾ, ਉੱਥੇ ਕਿਹਾ ਕਿ ਇੱਕ ਲਾਲ ਘੋੜਾ ਹੈ ਔਰ ਉਹਦੇ ਤੇ ਕੋਈ ਸਵਾਰ ਹੈ। ਕਿ ਭਾਈ ਨਬੀ ਕਹਿੰਦਾ ਲਾਲ ਘੋੜਾ ਕਿਉਂ? ਚਿੱਟੇ ਤੋਂ ਲਾਲ ਘੋੜਾ ਪਤਾ ਕਿਵੇਂ ਹੋਇਆ? ਕਹਿੰਦਾ ਇਹ ਪ੍ਰਭੂ ਦੇ ਲੋਕਾਂ ਦੇ ਲਹੂ ਨਾਲ ਹੋਇਆ।
ਹਾਲੇਲੂਇਆ 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 ਹਾਲੇਲੂਇਆ। ਮਹਿਮਾ ਮਿਲੇ ਪ੍ਰਭੂ ਦਾ ਧੰਨਵਾਦ। ਇਹ ਔਰਤ ਹੈ, ਅੱਜ ਵੀ ਇਜ਼ਾਬਲ ਹੈ। ਅਗਰ ਤੁਹਾਨੂੰ ਤੁਸੀਂ ਕਦੇ ਦੇਖੋ, ਜੇ ਕਿਸੇ ਨੂੰ ਸੁਪਨਾ ਆਵੇ ਭਾਈ ਮੈਂ ਬਾਹਰ ਹੋ ਗਿਆ, ਕੀ ਦੇਖਿਆ ਰਾਤ ਭਾਈ ਮੈਨੂੰ ਕੋਈ ਜਨਾਨੀ ਦਿਖੀ। ਇੱਕ ਭਾਈ ਮੈਨੂੰ ਕਹਿੰਦਾ ਵੀ ਮੈਨੂੰ ਜਨਾਨੀ ਦਿਖ ਰਹੀ ਹੈ। ਮੈਂ ਕਿਹਾ ਭਾਈ ਕਿਸੇ ਨੂੰ ਪਤਾ ਕਿਉਂ ਜਿੰਦਾ ਜਨਾਨੀ ਕਿਉਂ ਦਿਖ ਰਹੀ ਹੈ? ਹਾਲੇਲੂਇਆ ਹਾਲੇਲੂਇਆ। ਪ੍ਰਭੂ ਨੂੰ ਬੜਾਈ ਮਿਲੇ ਕਿ ਜਨਾਨੀਆਂ ਕਿਉਂ ਦਿਖਦੀਆਂ? ਕਿਉਂਕਿ ਅੱਜ ਅਗਰ ਅਸੀਂ ਨਬੀ ਦੇ ਸਮੇਂ ਦੇ ਵਿੱਚ ਆ, ਅਗਰ ਅਸੀਂ ਏਲੀਆ ਦੇ ਸਮੇਂ ਦੇ ਵਿੱਚ ਆ, ਤੇ ਇੱਥੇ ਇਜ਼ਾਬਲ ਹੋਣੀ ਚਾਹੀਦੀ ਹੈ। ਹਾਲੇਲੂਇਆ 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 ਹਾਲੇਲੂਇਆ। ਉਹ ਇਜ਼ਾਬਲ ਕਿਤੇ ਹੋਰ ਨਹੀਂ ਹੈ, ਉਹ ਧਾਰਮਿਕ ਰੂਹ ਬਣ ਗਈ ਹੈ। ਹਾਲੇਲੂਇਆ। ਔਰ ਉਹ ਆਪਣੇ ਸੰਤਾਂ ਦੇ ਨਾਲ ਲੜਨ ਦੇ ਲਈ, ਹਾਲੇਲੂਇਆ, ਨਬੀ ਦੇ ਨਾਲ ਲੜਨ ਦੇ ਲਈ। ਇਸ ਲਈ ਤੁਸੀਂ ਕਦੇ ਸੋਚਿਓ ਵੀ ਨਬੀ ਕਿਉਂ ਹਰ ਇੱਕ ਮੈਸੇਜ ਦੇ ਵਿੱਚ ਇਹਨਾਂ ਸੰਸਥਾਵਾਂ ਦੇ ਵਿਰੁੱਧ ਬੋਲਦਾ ਸੀ? ਇਹ ਐਨਸੀ ਕਿਉਂ ਬੋਲਦਾ ਹੈ? ਉਹਨੇ ਕਿਸੇ ਭਾਈ ਦਾ ਨਾਂ ਨਹੀਂ ਲਿਆ, ਉਹਨੇ ਕਿਸੇ ਭੈਣ ਨੂੰ ਮਾੜਾ ਨਹੀਂ ਕਿਹਾ, ਪਰ ਉਹਨੇ ਸੰਸਥਾਵਾਂ ਨੂੰ ਮਾੜਾ ਕਿਹਾ ਵੀ ਇਹ ਜਿਹੜੀ ਫਲਾਨੀ ਸੰਸਥਾ ਹੈ ਗਲਤ ਹੈ। ਹਾਲੇਲੂਇਆ ਹਾਲੇਲੂਇਆ। ਮਹਿਮਾ ਮਿਲੇ ਕਿਉਂ? ਕਿਉਂਕਿ ਇਹਨਾਂ ਦੇ ਚਲਾਉਣ ਵਾਲੇ ਕੌਣ ਨੇ? ਹਾਲੇਲੂਇਆ, ਇਹ ਇਜ਼ਾਬੈਲ। ਹਾਲੇਲੂਇਆ 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 ਹਾਲੇਲੂਇਆ। ਮਹਿਮਾ ਮਿਲੇ ਪ੍ਰਭੂ ਦਾ ਧੰਨਵਾਦ। ਇੱਕ ਹੀ ਹੈ, ਉਹਨੇ ਸਭ ਤੋਂ ਵੱਡੀ ਗਲਤੀ ਕੀਤੀ ਕਿ ਉਹਨੇ ਇਜ਼ਾਬੈਲ ਨੂੰ ਵਿਆਹ ਲਿਆ। ਆਮੀਨ। ਸ਼ੈਤਾਨ ਨੂੰ ਮੌਕਾ ਦਿੱਤਾ ਕਿ ਉਹ ਅੰਦਰ ਆ ਸਕੇ। ਜਦੋਂ ਇਜ਼ਰਾਈਲ ਦੇ ਅੰਦਰ ਆਈ, ਹਾਲੇਲੂਇਆ, ਤੇ ਉਹਨੂੰ ਖਰੂ ਪਾ ਦਿੱਤਾ ਗਿਆ ਹੈ। ਹਾਲੇਲੂਇਆ ਹਾਲੇਲੂਇਆ। ਮਹਿਮਾ ਮਿਲੇ ਪ੍ਰਭੂ ਦਾ ਧੰਨਵਾਦ। ਵਡਿਆਈ ਹੋਵੇ। ਅੱਜ ਮੈਂ ਸ਼ੁਰੂ ਤੋਂ ਵਚਨ ਪੜਿਆ ਸੀ ਕਿ ਕਿਹਦੇ ਨਾਲ ਅਸੀਂ ਜਿੱਤ ਪਾ ਸਕਦੇ ਹਾਂ? ਕਿਹਦੇ ਨਾਲ? ਲੇਲੇ ਦੇ ਲਹੂ ਦੇ ਨਾਲ, ਔਰ ਤੁਹਾਡੀ ਆਪਣੀ ਗਵਾਹੀ ਦੇ ਨਾਲ। ਆਮੀਨ। ਸਾਡੇ ਭਾਈ ਕੀ ਕਰਦੇ ਨੇ? ਕਈਆਂ ਕੋਲ ਤਾਂ ਬਾਈਬਲ ਹੈ ਨਹੀਂ। ਹਾਲੇਲੂਇਆ। ਕਈਆਂ ਕੋਲੇ ਬਾਈਬਲ ਹੈ ਨਹੀਂ, ਕਹਿੰਦੇ ਸੀ ਜੀ ਮੋਬਾਈਲ ਤੇ ਡਾਊਨਲੋਡ ਕੀਤੀ ਹੋਈ ਹੈ। ਹਾਲੇਲੂਇਆ ਹਾਲੇਲੂਇਆ। ਤੁਸੀਂ ਗੌਰ ਕਰਿਓ, ਨਬੀ ਕਹਿੰਦਾ ਅਗਰ ਜੰਗ ਦਾ ਮੈਦਾਨ ਹੋਵੇ ਤੇ ਤੁਸੀਂ 2 ਮਿੰਟ ਕੁਝ ਬੰਦੂਕ ਦਾ ਕੁਛ ਨਾ ਲੈ ਕੇ ਜਾਓ, ਉਧਰੋਂ ਅਗਲਾ ਗੋਲੀਆਂ ਚਲਾਈ ਜਾਂਦਾ ਵੀ ਤੁਸੀਂ ਕਹੋ ਵੀ ਲੈ ਮੈਂ ਮੋਬਾਈਲ ਦੇ ਉੱਤੇ ਹੁਣ AK-47 ਡਾਊਨਲੋਡ ਕਰ ਲਈ ਤੇ ਹੁਣ ਮੈਂ ਗੋਲੀਆਂ ਚਲਾ ਲਓਗੇ ਗੋਲੀਆਂ। ਹਾਲੇਲੂਇਆ ਆਮੀਨ ਹਾਲੇਲੂਇਆ। ਮਹਿਮਾ ਮਿਲੇ। ਅਗਰ ਤੁਸੀਂ ਕਹੋ ਵੀ ਚੱਲ ਮੈਂ ਇੱਕ ਮੌਕੇ ਦੇ ਉੱਤੇ ਹੁਣੀ 2 ਤਲਵਾਰਾਂ ਡਾਊਨਲੋਡ ਕਰ ਲੈਣਾ ਤੇ ਬਸ ਮੈਂ ਦੋਨੇ ਸਾਥ ਲਾਉਂ। ਆਮੀਨ ਹਾਲੇਲੂਇਆ। ਇਹ ਲਈ ਹਥਿਆਰ ਚਾਹੀਦਾ ਹੈ। ਹਾਲੇਲੂਇਆ। ਔਰ ਉਹ ਹਥਿਆਰ ਸਾਡੇ ਕੋਲ origignal ਹੋਣਾ ਚਾਹੀਦਾ, origignal ਬਾਈਬਲ। ਆਮੀਨ ਹਾਲੇਲੂਇਆ। ਤੁਸੀਂ ਦੱਸੋ ਮੋਬਾਈਲ ਦੇ ਵਿੱਚ ਤੁਹਾਡੇ ਕੋਲ ਕਿੰਨੇ ਐਪ ਚੜੇ ਹੋਏ ਨੇ? ਬਹੁਤ ਹੀ ਜ਼ਿਆਦਾ, ਬਹੁਤ ਹੀ ਜ਼ਿਆਦਾ। ਇੱਥੇ ਤੁਹਾਡਾ ਬਿਊਟੀ ਪਲੱਸ ਵੀ ਪਿਆ ਹੈ। ਹਾਲੇਲੂਇਆ ਹਾਲੇਲੂਇਆ। ਇੱਥੇ ਤੁਹਾਡਾ ਮਹਿਮਾ ਮਿਲੇ ਪ੍ਰਭੂ ਦਾ ਧੰਨਵਾਦ। ਇੱਥੇ ਤੁਹਾਡਾ ਫੇਸਬੁੱਕ ਪਿਆ ਹੈ, ਇੰਸਟਾਗ੍ਰਾਮ ਪਿਆ ਹੈ, ਪਤਾ ਹੀ ਨਹੀਂ WhatsApp ਕਿੰਨਾ ਕੁਝ ਕੀ ਆਈ ਜਾਂਦਾ ਹੈ। ਹਾਲੇਲੂਇਆ। ਇਹਦੇ ਸ਼ੇਅਰ ਚੈਟ ਵੀ ਹੁੰਦਾ ਹੈ ਕਦੇ ਕਦੇ। ਭਾਈ ਕਹਿੰਦਾ ਚਲੋ ਕੋਈ ਗੱਲ ਨਹੀਂ ਜੀ, ਮੈਂ ਤਾਂ ਮਸੀਹ ਦੀਆਂ ਗੱਲਾਂ ਦੇਖਦਾ। ਹਾਲੇਲੂਇਆ। ਕਹਿੰਦਾ ਉਹ ਆਪ ਜੋ ਸਾਨੂੰ ਸਹਿਜ ਨਾ। ਹਾਲੇਲੂਇਆ। ਸਾਰਾ ਕੁਝ ਪਿਆ ਹੈ, ਉਹਦੇ ਨਾਲ ਹੀ ਬਾਈਬਲ ਸਿੱਟਤੀ। ਆਮੀਨ। ਮੈਂ ਰੱਖਾਂ ਨਹੀਂ ਕਹਾਂਗਾ, ਸਿੱਟਦੀ ਕਹੂੰਗਾ। ਕਿਉਂ? ਕਿਉਂਕਿ ਜੇ ਤੁਸੀਂ ਉਹਨਾਂ ਦੇ ਵਿੱਚ ਹੀ ਸਿੱਟਦੀ। ਹਾਲੇਲੂਇਆ 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 ਹਾਲੇਲੂਇਆ। ਪ੍ਰਭੂ ਨੂੰ ਮਹਿਮਾ ਮਿਲੇ। ਕਦੇ ਤੁਸੀਂ ਇਹ ਦੇਖਿਓ, ਆ ਬਾਈਬਲ ਪੜ੍ਹਨ ਲੱਗ ਜਾਓ, ਕਦੇ ਐਡ ਆਈ ਹੈ ਬਾਈਬਲ ਦੇ ਵਿੱਚ? ਨਹੀਂ ਵੀ ਤੁਹਾਡੇ ਕੋਲ ਐਡ ਆ ਗਈ ਹੋਵੇ ਬਾਈਬਲ ਪੜ੍ਹਦੇ? ਨਹੀਂ। ਪਰ ਜੇ ਤੁਸੀਂ ਮੋਬਾਈਲ ਤੇ ਬਾਈਬਲ ਪੜ੍ਹੋਗੇ ਤਾਂ ਤੁਹਾਡੇ ਕੋਲ ਐਡ ਆਊਗੀ, ਉਹ ਵੀ ਨਹੀਂ ਪਤਾ ਕਿਹੇ ਜੀ ਐਡ ਆ ਜੀ। ਹਾਲੇਲੂਇਆ ਹਾਲੇਲੂਇਆ। ਇਸ ਲਈ ਇਹ ਨਾ ਸੋਚੋ ਵੀ ਮੋਬਾਈਲ ਦੇ ਵਿੱਚੋਂ ਬਾਈਬਲ ਪੜ੍ਹਦੇ। ਆਮੀਨ ਹਾਲੇਲੂਇਆ। ਸਿਪਾਹੀ ਨੂੰ ਤਦ ਤੱਕ ਸਿਪਾਹੀ ਮੰਨਿਆ ਜਾਂਦਾ ਜਦ ਤੱਕ ਉਹਦੇ ਕੋਲੇ ਹਥਿਆਰ। ਆਮੀਨ। ਤੁਹਾਨੂੰ ਪਤਾ ਹੈ, ਜੇ ਤੁਹਾਨੂੰ ਸੰਸਾਰ ਦੀਆਂ ਗੱਲਾਂ ਦੱਸਾਂ, ਜਿਸ ਸਿਪਾਹੀ ਦੇ ਕੋਲੇ ਹਥਿਆਰ ਨਹੀਂ ਨਾ ਹੁੰਦਾ, ਮੰਨ ਕੇ ਚਲੋ ਕੋਈ ਬੰਦਾ ਭਰਤੀ ਹੋ ਗਿਆ ਜਾਂ ਆਰਮੀ ਦੇ ਵਿੱਚ, ਉਹਨੂੰ AK-47 ਲਾਂਚ ਕਰਤੀ ਵੀ ਭਾਈ ਇਹ ਤੇਰੀ ਹੈ, ਉਹਦੇ ਨਾਂ ਤੇ ਚੜ ਗਈ। 6 ਰਾਉਂਡ ਉਹਦੇ ਕੋਲੇ ਚੜ ਕੇ, ਹਰ ਰੋਜ਼ ਉਹਨੇ ਉਹੀ 6 ਰਾਉਂਡ AK-47 ਪਾ ਕੇ ਡਿਊਟੀ ਤੇ ਖੜਨਾ। ਅਗਰ ਇੱਕ ਦਿਨ ਵੀ ਉਹਦੇ ਕੋਲੇ ਰਾਉਂਡ ਮਿਸ ਹੋ ਗਏ, ਘਰ ਰਹਿ ਗਏ, ਜਾਂ ਉਹਦੀ AK-47 ਘਰ ਰਹੇਗੀ, ਤੁਹਾਨੂੰ ਪਤਾ ਤਾਂ ਕੋਰਟ ਮਾਰਸ਼ਲ ਹੋ ਜੂ, ਨੌਕਰੀ ਤੋਂ ਕੱਢ ਕੇ ਉਹਨੂੰ ਸਜ਼ਾ ਹੋ ਜੂ। ਹਾਲੇਲੂਇਆ। ਅਗਰ ਉਹ ਸੌਂ ਵੀ ਰਿਹਾ ਨਾ, ਤੁਸੀਂ ਕਦੇ ਦੇਖਿਓ, ਕਿਸੇ ਭਾਈ ਨੂੰ ਪੁੱਛੋ ਜਿਹੜਾ ਕੋਈ ਪੰਜਾਬ ਪੁਲਿਸ ਦੇ ਵਿੱਚ ਜਾਂ ਆਰਮੀ 'ਚ ਹੈਗਾ, ਜੇ ਉਹ ਸੌਂਦਾ ਵੀ ਹੈ ਨਾ ਤਾਂ ਉਹਨੂੰ ਬੰਦੂਕ ਨੂੰ ਇਸ ਤਰ੍ਹਾਂ ਬੰਨ੍ਹ ਕੇ ਪੈਣਾ ਪੈਂਦਾ ਵੀ ਇਹ ਨਾ ਹੋਵੇ ਵੀ ਕੋਈ ਬੰਦੂਕ ਲੈ ਜੇ ਚੱਕ ਕੇ ਰਾਤ ਨੂੰ, ਜਾਂ ਮੇਰੇ ਰਾਉਂਡ ਕੋਈ ਚੱਕ ਕੇ ਲੈ ਜੇ। ਇਸ ਹਿਸਾਬ ਨਾਲ ਸੌਣਾ ਹੁੰਦਾ। ਹਾਲੇਲੂਇਆ। ਤੁਹਾਨੂੰ ਕੋਈ ਚੱਕ ਕੇ ਲੈ ਜੇ ਕੋਈ ਗੱਲ ਨਹੀਂ, ਪਰ ਤੁਹਾਡੀ ਬੰਦੂਕ ਨਹੀਂ ਚੱਕਣੀ ਚਾਹੀਦੀ। ਹਾਲੇਲੂਇਆ ਹਾਲੇਲੂਇਆ। ਅੱਜ ਤੁਸੀਂ ਆਪਦੀ ਬੰਦੂਕ ਸ਼ੇਅਰ ਚੈਟ 'ਚ ਸਿੱਟ ਰੱਖੀ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਹ ਨਹੀਂ ਭਾਈ, ਸਾਨੂੰ ਆਨੰਦ ਆਉਂਦਾ ਇਸ ਗੱਲ। ਆਮੀਨ। ਹਾਲੇਲੂਇਆ ਹਾਲੇਲੂਇਆ। ਮਹਿਮਾ ਮਿਲੇ ਪ੍ਰਭੂ ਦਾ ਧੰਨਵਾਦ। ਖੁਦਾ ਨੂੰ ਵਡਿਆਈ ਮਿਲਿਓ, ਜਿਉਣ ਦਾ ਤਾਂ ਪਰਮੇਸ਼ਰ ਹੈ। ਹਾਲੇਲੂਇਆ। ਆਮੀਨ। ਜਦੋਂ ਖੁਦਾ ਨੇ ਕਿਹਾ, ਕਹਿੰਦਾ ਮੈਂ ਕੌਣ ਆ? ਕਹਿੰਦਾ ਤੈਨੂੰ ਕੀ ਲੱਗਦਾ ਪਤਰਸ ਮੈਂ ਕੌਣ ਆ? ਕਹਿੰਦਾ ਪ੍ਰਭੂ ਤੂੰ ਜਿਉਂਦੇ ਪਰਮੇਸ਼ਰ ਦਾ ਪੁੱਤ ਮਸੀਹ ਹੈ। ਹਾਲੇਲੂਇਆ। ਕਹਿੰਦਾ ਮੈਂ ਵੀ ਤੈਨੂੰ ਆਖਦਾ। ਹਾਲੇਲੂਇਆ।
ਕਹਿੰਦਾ ਇਹ ਗੱਲ ਤੇਰੇ ਤੇ ਲਹੂ ਮਾਸ ਨੇ ਪ੍ਰਗਟ ਨਹੀਂ ਕੀਤੀ ਬਲਕਿ ਮੇਰੇ ਪਿਤਾ ਨੇ ਪ੍ਰਗਟ ਕੀਤੀ ਹੈ। ਪਰ ਮੈਂ ਵੀ ਤੈਨੂੰ ਆਖਦਾ ਤੂੰ ਪਤਰਸ ਹੈ ਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਖੜੀ ਕਰਾਂਗਾ। ਆਮੀਨ। ਲੋਕਾਂ ਨੇ ਕਿਹਾ ਪਤਰਸ ਉੱਤੇ, ਪਰ ਨਹੀਂ, ਇਸ ਪ੍ਰਕਾਸ਼ਾਂ ਦੇ ਉੱਤੇ, ਉਹਨਾਂ ਡੂੰਘੀਆਂ ਗੱਲਾਂ ਦੇ ਉੱਤੇ ਆਮੀਨ। ਜਿਹੜੀਆਂ ਖੁਦਾ ਕਹਿੰਦਾ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ। ਹਾਲੇਲੂਇਆ। ਇਹ ਬਾਈਬਲ ਹੈ ਨਾ ਜਿਹੜੀ, ਜੇ ਜ਼ਿਆਦਾ BA ਜਿਹੜਾ ਕੋਈ ਜ਼ਿਆਦਾ ਪੜ੍ਹੇ ਲਿਖਿਆ ਉਹਨੂੰ ਫੜਾ ਦੋ, ਉਹਨੂੰ 10 ਮਿੰਟਾਂ ਬਾਅਦ ਪੁੱਛੋ ਭਾਈ ਦੱਸੀ ਮਾੜਾ ਜਿਹਾ ਕੀ ਕੁਝ ਸਿੱਖਿਆ ਜੀ। ਉਹ ਨਹੀਂ ਯਾਰ ਮੈਨੂੰ ਤਾਂ ਇਹ ਸਮਝ ਹੀ ਨਹੀਂ ਆ, ਅਰ ਉਰਜਾ ਪਤਾ ਨਹੀਂ ਕੀ ਲਿਖਿਆ ਪਿਆ, ਅਰ ਮੈਂ ਉੱਥੇ ਗਿਆ, ਅਰ ਉੱਥੇ ਇਹ ਸੀ, ਕੋਈ ਸਮਝ ਨਹੀਂ ਆਈ। ਜੇ ਅਨਪੜ੍ਹ ਨੂੰ ਫੜਾ ਦੋ ਵੀ ਲੈ ਤੂੰ ਪੜ੍ਹ ਦੋ, ਮੈਂ ਤਾਂ ਪੜ੍ਹ ਨਹੀਂ ਸਕਦਾ, ਮੈਂ ਤਾਂ ਅਨਪੜ੍ਹ ਆ ਬਾਈ। ਉਹਨੇ ਪੜ੍ਹੇ ਲਿਖਿਆ ਵੀ ਨਹੀਂ ਪੜ੍ਹ ਸਕਦਾ ਤੇ ਅਨਪੜ੍ਹ ਵੀ ਨਹੀਂ ਪੜ੍ਹ ਸਕਦਾ, ਫਿਰ ਪੜ੍ਹੂਗਾ ਕੌਣ? ਹਾਲੇਲੂਇਆ। ਮੈਂ ਮਿਲੇ ਜਿਹੜੇ ਪਤਰਸ ਹੋ ਰਹੀ ਸੀ ਉਹ ਅਨਪੜ੍ਹ ਗੂਠਾ ਟੇਕ ਬੰਦੇ ਸੀ, ਜਿਨ੍ਹਾਂ ਦੇ ਦੁਆਰਾ ਲਿਖੀਆਂ ਗਈਆਂ ਗੱਲਾਂ, ਇੱਕ ਅਨਪੜ੍ਹ ਬੰਦਿਆਂ ਦੁਆਰਾ ਲਿਖੀਆਂ ਗਈਆਂ ਗੱਲਾਂ ਨੇ ਅੱਜ ਪੜ੍ਹੇ ਲਿਖਿਆਂ ਨੂੰ ਰਾਹੇ ਪਾ ਰੱਖਿਆ ਹੈ। ਹਾਲੇਲੂਇਆ। ਲੋਕ ਚੱਲਣ ਨੂੰ ਤਿਆਰ ਨਹੀਂ, ਲੜਨ ਨੂੰ ਬਹੁਤ ਤਿਆਰ ਨੇ। ਕੋਈ ਬੱਚੇ ਦੀ ਗੱਲ ਸੁਣ ਲਓ, 4 ਬੰਦੇ ਦੇ ਲੜਨ ਨੂੰ ਤਿਆਰ ਹੋ ਜਾਣਗੇ ਪਰ ਚੱਲਣ ਨੂੰ ਤਿਆਰ ਨਹੀਂ। ਬੱਚੇ ਨੂੰ ਮੰਨਣ ਨੂੰ ਕੋਈ ਤਿਆਰ ਨਹੀਂ, ਚੱਲਣ ਨੂੰ ਕੋਈ ਤਿਆਰ ਨਹੀਂ, ਪਰ ਲੜਨ ਨੂੰ ਬਹੁਤ ਤਿਆਰ ਨੇ ਲੋਕ। ਹਾਲੇਲੂਇਆ। ਐਵੇਂ ਵੇਲੇ ਪ੍ਰਭੂ ਦਾ ਧੰਨਵਾਦ। ਕਹਿੰਦਾ ਮੈਂ ਇਸ ਉੱਤੇ ਆਪਣੀ ਕਲੀਸਿਆ ਖੜੀ ਕਰਾਂ। ਨਰਕ ਦੇ ਫਾਟਕਾਂ ਦੇ ਤੇ ਕੋਈ ਅਸਰ ਨਹੀਂ ਹੋਊਗਾ। ਕਿੰਨਾ ਦਾ ਅਸਰ ਨਹੀਂ ਹੋਣਾ ਇਹਦੇ? ਕੋਈ ਨਰਕ ਦੇ ਫਾਟਕਾਂ ਦੇ। ਹਾਲੇਲੂਇਆ। ਨਰਕ ਦੇ ਫਾਟਕਾਂ ਦੇ ਤੇ ਕੋਈ ਅਸਰ ਨਹੀਂ ਹੋਵੇਗਾ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਨੂੰ ਮਹਿਮਾ ਮਿਲੇ। ਹਾਲੇਲੂਇਆ। ਉਹਨਾਂ ਨੂੰ ਵਡਿਆਈ ਮਿਲੇ। ਗੱਲਾਂ ਨੂੰ ਚੇਤੇ ਰੱਖਿਆ ਕਰੋ। ਅਗਰ ਇੱਥੇ ਏਲੀਆ ਹੈ ਤੇ ਇੱਥੇ ਇਜ਼ਾਬੈਲ ਵੀ ਹੋਣੀ ਚਾਹੀਦੀ ਹੈ। ਆਮੀਨ। ਹਾਲੇਲੂਇਆ। ਅਗਰ ਇਜ਼ਾਬੈਲ ਹੈ ਤੇ ਉਹ ਤੁਹਾਡੇ ਨਾਲ ਯੁੱਧ ਕਰਨ ਵਾਲੀ ਹੈ। ਹਾਲੇਲੂਇਆ। ਆਮੀਨ। ਹਾਲੇਲੂਇਆ। ਹਾਲੇਲੂਇਆ। ਜਿੱਤਣਾ ਹੈ ਪ੍ਰਭੂ ਨੂੰ ਮਹਿਮਾ ਮਿਲੇ। ਹਾਲੇਲੂਇਆ। 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 ਇਸ ਸਮੇਂ ਨੂੰ ਸਵੇਰ ਖੁਦਾ ਨੇ ਚਾਹਿਆ ਤੇ ਫਿਰ ਅਸੀਂ ਇਸ ਸੰਦੇਸ਼ ਨੂੰ ਜਾਰੀ ਰੱਖਾਂਗੇ। ਆਓ ਇਹ ਖੜੇ ਹੁੰਦੇ ਆ, ਦੁਆ ਕਰਦੇ ਹਾਂ। ਹਾਲੇਲੂਇਆ। ਇਸ ਉੱਤੇ ਮੈਂ ਆਪਣੀ ਕਲੀਸਿਆ ਖੜੀ ਕਰਾਂਗਾ। ਹਾਲੇਲੂਇਆ। ਹਾਲੇਲੂਇਆ।